विद्या विचारी तां पर उपकारी, तां पर उपकारी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਦੇ ਵਿੱਚ ਜੁੜੇ ਸਾਰੇ ਹੀ ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਅਸੀਂ ਬਹੁਤ ਵਡਭਾਗੀ ਹਾਂ ਕਿ ਅਸੀਂ ਇਸ ਕੈਂਪ ਦਾ ਹਿੱਸਾ ਬਣੇ ਹਾਂ। ਸਾਨੂੰ ਅੰਕਲ ਸਵਿੰਦਰ ਸਿੰਘ ਖਾਲਸਾ ਜੀ ਅਤੇ ਪੂਰੀ ਐਜੂਕੇਟ ਪੰਜਾਬ ਚਾਹੀਦਾ ਜਿਨ੍ਹਾਂ ਨੇ ਇਸ ਕੈਂਪ ਦੀ ਸ਼ੁਰੂਆਤ ਕੀਤੀ। ਹਰ ਰੋਜ਼ ਦੀ ਤਰ੍ਹਾਂ ਅੱਜ ਦੇ ਕੈਂਪ ਸ਼ੁਰੂਆਤ ਵੀ ਅਸੀਂ ਜਾਪ ਸੇਵਾ ਨਾਲ ਕਰਾਂਗੇ ਜੀ। ਅੱਜ ਦੀ ਜਾਪ ਦੀ ਸੇਵਾ ਜੀਵਨ ਜੋਤ ਕੌਰ ਜੀ 13177 ਤਰਨਤਾਰਨ ਤੋਂ ਲੈ ਰਹੇ ਹਾਂ ਜੀ। ਅਗਰ ਜੇ ਤੁਸੀਂ ਜੁਆਇਨ ਕਰ ਗਏ ਆਪਣਾ ਹੈਂਡ ਕਰ ਲਵੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਆਪ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਾਪ ਸੇਵਾ ਨਿਭਾਈ ਜੀ। ਹੁਣ ਅਸੀਂ ਅੱਗੇ ਕੀਰਤਨ ਦੀ ਸੇਵਾ ਵੱਲ ਚੱਲਦੇ ਹਾਂ ਜੀ। ਹੁਣ ਕੀਰਤਨ ਦੀ ਸੇਵਾ ਹਰਸਿਮਰਨ ਕੌਰ ਜੀ 15374 ਮਹਿਲ ਕਲਾਂ ਤੋਂ ਲੈ ਰਹੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਸਦਾ ਸੁਖਦਾਈ, ਨਾਮ ਸਦਾ ਸੁਖਦਾਈ, ਹਰਿ ਗੁਣ ਨਾਮ ਸਦਾ ਸੁਖਦਾਈ।
नाम सदा सुखदाई हरे को सदा सुखदाई सदा नाम सदा सुखदाई हरे को नाम सदा नाम सदा सुखदाई हरे को नाम सदा सुखदाई नाम सदा सुखदाई हरे को नाम सदा सुखदाई नाम सदा सुखदाई नाम सदा सुखदाई वाहिगुरु जी का खालसा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੀਰਤਨ ਸਰਵਨ ਕਰਵਾਇਆ ਜੀ। ਹੁਣ ਅਸੀਂ ਅਗਲੇ ਸੈਸ਼ਨ ਵੱਲ ਵਧਦੇ ਹਾਂ ਜੀ। ਹੁਣ ਦਾ ਅਗਲਾ ਸੈਸ਼ਨ ਭੈਣ ਸੁਮਨਪ੍ਰੀਤ ਕੌਰ ਜੀ ਲੈ ਰਹੇ ਹਨ ਜੀ। ਆਪ ਜੀ ਦਾ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ। ਜਿਨ੍ਹਾਂ ਦਾ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸੈਸ਼ਨ ਭੈਣ ਸੁਮਨਪ੍ਰੀਤ ਕੌਰ ਜੀ ਲੈ ਰਹੇ ਜੀ ਰਾਮਪੁਰਾ ਤੋਂ, ਜਿਨ੍ਹਾਂ ਦਾ ਵਿਸ਼ਾ ਗਿਆਨ ਦਾ ਦੀਵਾ ਹੈ ਜੀ। ਵਾਹਿਗੁਰੂ ਜੀ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਆ ਰਹੀ ਹੈ ਜੀ। ਸਭ ਤੋਂ ਪਹਿਲਾਂ ਤਾਂ ਮੈਂ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਦੁਆਰਾ ਕੀਤੇ ਜਾ ਰਹੇ ਇਹਨਾਂ ਉਪਰਾਲਿਆਂ ਨੂੰ ਸਿਜਦਾ ਕਰਦੀ ਹਾਂ ਤੇ ਨਾਲ ਹੀ ਮੈਂ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਸਮਾਂ ਦਿੱਤਾ। ਆਓ ਗੁਰਫਤਿਹ ਦੀ ਪਾਈਏ ਸਾਂਝ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਗਿਆਨ ਦਾ ਦੀਵਾ। ਆਓ ਗੁਰਬਾਣੀ ਵਿੱਚੋਂ ਫਰਮਾਨ ਲੈ ਲਈਏ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਮਤਲਬ ਅਰਥ ਕਿ ਗੁਰਬਾਣੀ ਇਸ ਜਗਤ ਵਿੱਚ, ਇਸ ਜਗ ਵਿੱਚ ਤੇ ਸਾਡੇ ਜੀਵਨ ਵਿੱਚ ਚਾਨਣ ਕਰਦੀ ਹੈ। ਗੁਰਬਾਣੀ ਦੇ ਰਾਹੀਂ ਅਸੀਂ ਗਿਆਨ ਦਾ ਦੀਵਾ ਆਪਣੇ ਹਿਰਦੇ ਵਿੱਚ ਬਾਲ ਸਕਦੇ ਹਾਂ। ਗੁਰਬਾਣੀ ਸਾਨੂੰ ਰੱਬੀ ਮਿਹਰ ਸਦਕਾ, ਪਰਮਾਤਮਾ ਦੀ ਕਿਰਪਾ ਸਦਕਾ ਹੀ ਪ੍ਰਾਪਤ ਹੋ ਸਕਦੀ ਹੈ। ਜਦੋਂ ਗੁਰਬਾਣੀ ਰਾਹੀਂ ਗਿਆਨ ਦਾ ਦੀਵਾ ਭਾਵ ਗਿਆਨ ਦਾ ਚਾਨਣ ਸਾਡੀ ਜ਼ਿੰਦਗੀ ਵਿੱਚ
ਹੋ ਜਾਵੇਗਾ ਤਾਂ ਅਸੀਂ ਆਪਣਾ ਜੀਵਨ ਸੌਖਾ ਤੇ ਸੁਖੀ ਬਤੀਤ ਕਰ ਸਕਾਂਗੇ। ਆਓ ਗੁਰਬਾਣੀ ਵਿੱਚੋਂ ਫਰਮਾਨ ਲੈ ਲਈਏ। ਮਨ ਰੇ ਨਾਮ ਜਪੋ ਸੁਖ ਹੋਏ, ਗੁਰ ਪੂਰਾ ਸਹਲਾਈਏ ਸਹਿਜ ਮਿਲੇ ਪ੍ਰਭ ਸੋਏ। ਕਿ ਸਾਨੂੰ ਸੁਖ ਤਾਂ ਹੀ ਮਿਲ ਸਕਦਾ ਹੈ ਜੇ ਸਾਡੀ ਜ਼ਿੰਦਗੀ ਵਿੱਚ ਗੁਰਬਾਣੀ ਰਾਹੀਂ ਗਿਆਨ ਦਾ ਦੀਵਾ ਬਲ ਰਿਹਾ ਹੋਵੇ। ਜਿਵੇਂ ਗੁਰੂ ਦੀ ਉਸਤਤ ਸੋਭਾ ਕਰਨ ਦੇ ਨਾਲ ਨਾਲ ਅਸੀਂ ਸੱਚ ਦੇ ਮਾਰਗ ਤੇ ਚੱਲਾਂਗੇ ਤਾਂ ਸਾਡਾ ਜੀਵਨ ਆਪਣੇ ਆਪ ਰੌਸ਼ਨ ਹੋ ਜਾਵੇਗਾ। ਜਿਵੇਂ ਹੁਣ ਆਪਾਂ ਇਸ ਜ਼ੂਮ ਐਪ ਰਾਹੀਂ ਗਿਆਨ ਪ੍ਰਾਪਤ ਕਰ ਰਹੇ ਹਾਂ। ਹਰ ਰੋਜ਼ ਇਸ ਕੈਂਪ ਵਿੱਚ ਕੋਈ ਨਾ ਕੋਈ ਵਿਸ਼ੇ ਉੱਪਰ ਅਸੀਂ ਬਹੁਤ ਹੀ ਪਿਆਰ ਨਾਲ ਵਿਚਾਰ ਕਰਦੇ ਹਾਂ, ਪੂਰੀ ਸੰਖੇਪ ਵਿੱਚ ਵਿਚਾਰ ਕਰਦੇ ਹਾਂ। ਅਸੀਂ ਇਹ ਜੋ ਆਪਣੀ ਵਿਚਾਰ ਹੈ, ਜੋ ਅਸੀਂ ਇਸ ਵਿੱਚੋਂ ਗਿਆਨ ਪ੍ਰਾਪਤ ਕਰਨਾ ਹੈ, ਉਹ ਗਿਆਨ ਸਿਰਫ ਅਸੀਂ ਜਦੋਂ ਉਸ ਵਿਸ਼ੇ ਨੂੰ, ਇਸ ਟੌਪਿਕ ਨੂੰ ਧਿਆਨ ਨਾਲ ਸੁਣਾਂਗੇ, ਸੁਣ ਕੇ ਉਸਨੂੰ ਸਮਝਾਂਗੇ, ਸਮਝ ਕੇ ਉਸਨੂੰ ਆਪਣੀ ਲਾਈਫ ਵਿੱਚ ਅਪਲਾਈ ਕਰਾਂਗੇ, ਮਤਲਬ ਆਪਣੀ ਲਾਈਫ ਵਿੱਚ ਲਾਗੂ ਕਰਾਂਗੇ, ਫਿਰ ਹੀ ਅਸੀਂ ਗਿਆਨ ਪ੍ਰਾਪਤ ਕਰ ਸਕਦੇ ਹਾਂ। ਜਿਵੇਂ ਕਿ ਅਸੀਂ ਹਰ ਰੋਜ਼ 4 ਤੋਂ 5 ਇਹ ਕੈਂਪ ਲਗਾ ਰਹੇ ਹਾਂ। ਇਸ ਕੈਂਪ ਵਿੱਚ ਕਿਸੇ ਨਾ ਕਿਸੇ ਟੌਪਿਕ ਉੱਪਰ ਵਿਚਾਰ ਕੀਤੀ ਜਾਂਦੀ ਹੈ। ਉਸ ਟੌਪਿਕ ਦੇ ਰਾਹੀਂ ਸਾਨੂੰ ਕੁਝ ਚੰਗਾ, ਕੁਝ ਗਿਆਨ ਜਾਂ ਨਵਾਂ ਗੁਣ ਆਪਣੇ ਵਿੱਚ ਪੈਦਾ ਕਰਨ ਲਈ ਸਮਝਾਇਆ ਜਾਂਦਾ ਹੈ। ਜਿਵੇਂ ਇਸ ਜੋ ਆਪਾਂ ਕੈਂਪ ਲਗਾ ਰਹੇ ਹਾਂ, ਇਸ ਕੈਂਪ ਦਾ ਨਾਮ ਹੀ ਪਰਸਨੈਲਿਟੀ ਡਿਵੈਲਪਮੈਂਟ ਹੈ। ਆਪਣੀ ਸਮੁੱਚੀ ਸ਼ਖਸੀਅਤ ਦਾ ਵਿਕਾਸ ਕਰਨਾ, ਆਪਣੇ ਗਿਆਨ ਵਿੱਚ ਹੋਰ ਵਾਧਾ ਕਰਨਾ। ਇਹ ਗਿਆਨ ਵਿੱਚ ਵਾਧਾ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਜੋ ਵਿਚਾਰ ਕਰ ਰਹੇ ਹਾਂ ਉਸਨੂੰ ਧਿਆਨ ਨਾਲ ਸੁਣਾਂਗੇ, ਸੁਣ ਕੇ ਉਸਨੂੰ ਸਮਝਾਂਗੇ, ਸਮਝ ਕੇ ਉਸਨੂੰ ਆਪਣੀ ਲਾਈਫ ਦੇ ਉੱਪਰ ਅਪਲਾਈ ਕਰਾਂਗੇ। ਜਿਵੇਂ ਹੁਣ ਅਸੀਂ ਗਿਆਨ ਦਾ ਦੀਵਾ ਤਾਂ ਹੀ ਬਾਲ ਸਕਦੇ ਹਾਂ ਜੇ ਅਸੀਂ ਗੁਰਬਾਣੀ ਨਾਲ ਜੁੜਾਂਗੇ, ਨਿਤਨੇਮ ਦੇ ਧਾਰਨੀ ਹੋਵਾਂਗੇ। ਨਿਤਨੇਮ ਕਰਕੇ ਉਸਨੂੰ ਜਦੋਂ ਅਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਨਿਤਨੇਮ ਕਰਨ ਲੱਗ ਜਾਵਾਂਗੇ, ਸਾਨੂੰ ਆਪਣੇ ਆਪ ਗੁਰਬਾਣੀ ਦੀ ਸੋਝੀ ਆਉਣ ਲੱਗ ਜਾਵੇਗੀ। ਅੱਗੇ ਗੁਰਬਾਣੀ ਦਾ ਫਰਮਾਨ ਲੈ ਲਈਏ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਕਿ ਜਦੋਂ ਸਾਡੀ ਜ਼ਿੰਦਗੀ ਵਿੱਚ ਗੁਰਬਾਣੀ ਦਾ ਦੀਵਾ ਬਲ ਜਾਂਦਾ ਹੈ, ਗੁਰਬਾਣੀ ਰਾਹੀਂ ਚਾਨਣ ਹੋ ਜਾਂਦਾ ਹੈ, ਤਾਂ ਸਾਡੀ ਜ਼ਿੰਦਗੀ ਵਿੱਚੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ। ਵੈਸੇ ਇਹ ਅਗਿਆਨਤਾ ਦਾ ਹਨੇਰਾ ਕੀ ਹੁੰਦਾ ਹੈ? ਇਹ ਅਗਿਆਨਤਾ ਸਾਡੇ ਜੀਵਨ ਨੂੰ ਤਬਾਹ ਕਰ ਦਿੰਦੀ। ਇਹ ਅਗਿਆਨਤਾ ਜਿਵੇਂ ਵਿਸ਼ੇ ਵਿਕਾਰ ਹੋ ਗਏ, ਨਸ਼ੇ, ਡਰੱਗਸ, ਬੈਡ ਹੈਬਿਟਸ, ਬੈਡ ਥਿੰਕਿੰਗ, ਜਾਂ ਕਿਸੇ ਬਾਰੇ ਮਾੜਾ ਬੋਲਣਾ, ਮਾੜਾ ਸੁਣਨਾ, ਕਿਸੇ ਵਿੱਚ ਜ਼ਿਆਦਾ ਈਗੋ ਹੋਣੀ, ਕਿਸੇ ਨਾਲ ਜ਼ਿਆਦਾ ਵੈਰ ਵਿਰੋਧ ਰੱਖਣਾ, ਇਹ ਸਭ ਅਗਿਆਨਤਾ ਹੀ ਹੈ।
ਇਸ ਅਗਿਆਨਤਾ ਤੋਂ ਅਸੀਂ ਕੇਵਲ ਗੁਰਬਾਣੀ ਰਾਹੀਂ ਗਿਆਨ ਦਾ ਦੀਵਾ ਬਾਲ ਕੇ ਹੀ ਦੂਰ ਹੋ ਸਕਦੇ ਹਾਂ। ਮੈਂ ਤੁਹਾਡੇ ਨਾਲ ਆਪਣੇ ਜੀਵਨ ਵਿੱਚ ਮੈਂ ਤੁਹਾਡੇ ਨਾਲ ਇਤਿਹਾਸ ਵਿੱਚੋਂ ਕੁਝ ਕੁ ਸੰਖੇਪ ਵਿੱਚ ਦੱਸਣਾ ਚਾਹੁੰਦੀ ਹਾਂ। ਜਿਵੇਂ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪੁੱਤਰ ਹੋਏ ਹਨ ਪ੍ਰਿਥੀ ਚੰਦ, ਜੋ ਕਿ ਇੱਥੇ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਜੋ ਪ੍ਰਿਥੀ ਚੰਦ ਹੋਏ ਹਨ, ਉਹਨਾਂ ਦਾ 4 ਗੁਰੂਆਂ ਦੇ ਨਾਲ ਕਾਫੀ ਨਜ਼ਦੀਕੀ ਰਿਸ਼ਤਾ ਸੀ। ਸ੍ਰੀ ਗੁਰੂ ਅਮਰਦਾਸ ਜੀ ਦੇ ਦੋਤੇ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਭਰਾ ਸਨ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਤਾਂ ਪੁੱਤਰ ਹੀ ਸਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਤਾਇਆ ਜੀ ਲੱਗਦੇ ਸਨ। ਪ੍ਰਿਥੀ ਚੰਦ ਦਾ ਇਹਨਾਂ 4 ਗੁਰੂਆਂ ਦੇ ਨਾਲ ਨਜ਼ਦੀਕੀ ਰਿਸ਼ਤਾ ਕਾਫੀ ਨਜ਼ਦੀਕੀ ਰਿਸ਼ਤਾ ਹੋਣ ਦੇ ਬਾਵਜੂਦ ਵੀ ਉਹ ਗਿਆਨ ਤੋਂ ਵਾਂਝੇ ਰਹਿ ਗਏ ਸਨ, ਮਤਲਬ ਵੀ ਗਿਆਨ ਤੋਂ ਹੀਣੇ ਰਹਿ ਗਏ ਸਨ, ਕਿਉਂਕਿ ਉਹਨਾਂ ਅੰਦਰ ਇਹ ਹੰਕਾਰ ਸੀ ਕਿ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਉਮਰ ਵਿੱਚ ਵੱਡੇ ਹਾਂ। ਸ੍ਰੀ ਗੁਰੂ ਅਰਜਨ ਦੇਵ ਜੀ ਸਨ ਜੋ ਕਿ ਉਹਨਾਂ ਦੇ ਭਰਾ ਸਨ ਤੇ ਉਹ ਉਹਨਾਂ ਤੋਂ ਉਮਰ ਦੇ ਵਿੱਚ ਛੋਟੇ ਸਨ। ਇਸ ਕਰਕੇ ਜੋ ਪ੍ਰਿਥੀ ਚੰਦ ਨੂੰ ਹੰਕਾਰ ਸੀ ਕਿ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਵੱਡਾ ਹਾਂ ਤੇ ਜੋ ਕਿ ਗੁਰਗੱਦੀ ਦੀ ਬਖਸ਼ਿਸ਼ ਹੈ ਉਹ ਮੈਨੂੰ ਹੀ ਹੋਵੇਗੀ। ਇਸ ਹੰਕਾਰ ਦੇ ਕਾਰਨ ਪ੍ਰਿਥੀ ਚੰਦ ਜੋ ਕਿ ਗਿਆਨ ਤੋਂ ਵਾਂਝਾ ਰਹਿ ਗਿਆ ਸੀ। ਸਾਨੂੰ ਵੀ ਕਈ ਵਾਰ ਇਸੇ ਤਰ੍ਹਾਂ ਕੋਈ ਹੰਕਾਰ ਹੁੰਦਾ ਕਿ ਮੈਂ ਤਾਂ ਉਸ ਤੋਂ ਵੱਡਾ ਵਿਦਵਾਨ ਹਾਂ, ਜੋ ਅਸਲ ਵਿੱਚ ਅਸੀਂ ਆਪਣੀ ਜ਼ਿੰਦਗੀ ਵਿੱਚ ਗਿਆਨ ਪ੍ਰਾਪਤ ਕਰਨਾ ਹੁੰਦਾ ਹੈ, ਉਸ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ। ਚਲੋ ਮੰਨ ਲਓ ਮੈਂ ਆਪਣੇ ਉੱਪਰ ਐਗਜ਼ਾਮਪਲ ਲੈ ਕੇ, ਮਤਲਬ ਆਪਣੇ ਉੱਪਰ ਹੀ ਇੱਕ ਉਦਾਹਰਨ ਲੈ ਕੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਜਿਵੇਂ ਕਿ ਤੁਸੀਂ ਇਸ ਕੈਂਪ ਵਿੱਚ ਕਿੰਨੀਆਂ ਭੈਣਾਂ ਤੇ ਵੀਰ ਜੁੜੇ ਹੋ, ਲੇਕਿਨ ਤੁਹਾਨੂੰ ਮੇਰੀਆਂ ਕਮੀਆਂ, ਮੇਰੀਆਂ ਗਲਤੀਆਂ, ਮੇਰੇ ਔਗਣ ਬਾਰੇ ਤੁਹਾਨੂੰ ਕੁਝ ਨਹੀਂ ਪਤਾ ਤੇ ਮੈਨੂੰ ਤੁਹਾਡੀ ਔਗਣ, ਤੁਹਾਡੇ ਵਿੱਚ ਕੀ ਗੁਣ ਹਨ, ਉਹਨਾਂ ਬਾਰੇ ਮੈਨੂੰ ਨਹੀਂ ਪਤਾ, ਕਿਉਂਕਿ ਆਪਾਂ ਕਿਸੇ ਦੀ ਲਾਈਫ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ। ਉਹ ਹਰ ਇੱਕ ਵਿਅਕਤੀ ਆਪਣੇ ਵਿਚਾਰਾਂ ਸੰਬੰਧੀ ਸੁਤੰਤਰ ਹੈ। ਜੇ ਅਸੀਂ ਆਪਣਾ ਮਨ ਬਣਾ ਲਈਏ ਕਿ ਅਸੀਂ ਗੁਰਬਾਣੀ ਰਾਹੀਂ ਗਿਆਨ ਦਾ ਦੀਵਾ ਆਪਣੀ ਜ਼ਿੰਦਗੀ ਵਿੱਚ ਬਾਲਣਾ ਹੈ, ਤਾਂ ਹੀ ਅਸੀਂ ਗੁਰਬਾਣੀ ਦੇ ਲੜ ਲੱਗ ਸਕਦੇ ਹਾਂ। ਜਿਵੇਂ ਹੁਣ ਸਭ ਤੋਂ ਨਜ਼ਦੀਕੀ ਰਿਸ਼ਤਾ ਆਪਣੇ ਪੇਰੈਂਟਸ, ਦੁਨਿਆਵੀ ਰਿਸ਼ਤਾ ਵੀ ਆਪਣਾ ਸਭ ਤੋਂ ਦੁਨਿਆਵੀ ਰਿਸ਼ਤਾ ਨਜ਼ਦੀਕੀ ਆਪਣੇ ਮਾਤਾ ਪਿਤਾ ਦਾ ਹੁੰਦਾ ਹੈ। ਜਿਵੇਂ ਆਪਣੀ ਮਾਂ ਨੂੰ ਇੱਕ ਬੱਚਾ ਬਹੁਤ ਪਿਆਰਾ ਹੁੰਦਾ ਹੈ, ਪਰ ਇੱਕ ਮਾਂ ਆਪਣੇ ਬੱਚੇ ਦੀ ਲਾਈਫ ਵਿੱਚ ਕਦੇ ਵੀ ਇੰਟਰਫੇਅਰ ਨਹੀਂ ਕਰ ਸਕਦੀ। ਜੇ ਉਹ ਬੱਚਾ ਚਾਹੇ ਕਿ ਉਹ ਮਾਂ ਮੇਰੀ ਲਾਈਫ ਦੇ ਵਿੱਚ ਇੰਟਰਫੇਅਰ ਕਰੇ, ਤਾਂ ਹੀ ਉਹ ਮਾਂ ਆਪਣੇ ਬੱਚੇ ਦੀ ਲਾਈਫ ਦੇ ਵਿੱਚ ਇੰਟਰਫੇਅਰ ਕਰ ਸਕਦੀ ਹੈ, ਨਹੀਂ ਉਹ ਬਿਲਕੁਲ ਆਪਣੇ ਬੱਚੇ ਦੀ ਲਾਈਫ ਵਿੱਚ ਦਖਲ ਅੰਦਾਜ਼ ਨਹੀਂ ਕਰ ਸਕਦੀ।
ਉਸੇ ਤਰ੍ਹਾਂ ਸਾਨੂੰ ਵੀ ਆਪਣੇ ਔਗਣ ਆਪ ਹੀ ਕੱਢਣੇ ਪੈਣਗੇ। ਆਪਣੇ ਔਗਣਾਂ ਨੂੰ ਗੁਣਾਂ ਦੇ ਵਿੱਚ ਤਬਦੀਲ ਕਰਨਾ ਪਵੇਗਾ। ਇਹ ਸਿਰਫ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਕਿਸੇ ਚੰਗਿਆਂ ਦੀ ਸੰਗਤ ਕਰੀਏ, ਗੁਰਬਾਣੀ ਪੜ੍ਹੀਏ, ਗੁਰਬਾਣੀ ਰਾਹੀਂ ਗਿਆਨ ਹਾਸਲ ਕਰੀਏ। ਅੱਗੇ ਗੁਰੂ ਸਾਹਿਬ ਦਾ ਫਰਮਾਨ ਹੈ, ਦੀਵਾ ਬਲੇ ਅੰਧੇਰਾ ਜਾਏ। ਜਦੋਂ ਸਾਡੀ ਜ਼ਿੰਦਗੀ ਵਿੱਚ ਗਿਆਨ ਦਾ ਦੀਵਾ ਬਲ ਜਾਂਦਾ ਹੈ ਤਾਂ ਸਾਡੀ ਲਾਈਫ ਵਿੱਚੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ। ਇਹ ਅਗਿਆਨਤਾ ਦਾ ਹਨੇਰਾ ਉਸੇ ਤਰ੍ਹਾਂ ਗੁਰਬਾਣੀ ਨਾਲ ਜੁੜ ਕੇ, ਨਿਤਨੇਮ ਦੇ ਧਾਰਨੀ ਹੋ ਕੇ, ਜਦੋਂ ਆਪਾਂ ਨਿਤਨੇਮ ਦੇ ਧਾਰਨੀ ਹੋਵਾਂਗੇ ਤਾਂ ਆਪਾਂ ਨੂੰ ਆਪਣੇ ਆਪ ਗੁਰਬਾਣੀ ਸਮਝਣ ਲੱਗ ਜਾਵੇ। ਅੱਗੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਵੇਦ ਪਾਠ ਮਤ ਪਾਪਾ ਖਾਏ, ਕਿ ਜੋ ਆਪਣੇ ਵੇਦ ਆਦਿ ਪੁਸਤਕਾਂ, ਧਾਰਮਿਕ ਪੁਸਤਕਾਂ, ਧਾਰਮਿਕ ਗ੍ਰੰਥ ਹਨ, ਉਹਨਾਂ ਦੇ ਰਾਹੀਂ ਅਸੀਂ ਗਿਆਨ ਹਾਸਲ ਕਰਕੇ ਆਪਣੇ ਵਿੱਚੋਂ ਅਗਿਆਨਤਾ ਦਾ ਹਨੇਰਾ ਖਤਮ ਕਰ ਸਕਦੇ। ਮੈਂ ਥੋੜਾ ਜਿਹਾ ਇਸ ਪੱਖ ਤੋਂ ਹਟ ਕੇ ਤੁਹਾਡੇ ਨਾਲ ਇੱਕ ਗੱਲ ਵੀ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਜਿਵੇਂ ਅਸੀਂ ਆਪਣੇ ਹੁਣ ਸਕੂਲ ਕਾਲਜ ਆਫ ਹਨ, ਅਸੀਂ ਹੁਣ ਆਨਲਾਈਨ ਕਲਾਸਾਂ ਲਗਾ ਰਹੇ ਹਾਂ। ਜੋ ਅਸੀਂ ਆਨਲਾਈਨ ਕਲਾਸਾਂ ਲਗਾ ਰਹੇ ਹਾਂ ਉਸਦੇ ਵਿੱਚ ਆਪਣੇ ਟੀਚਰ ਆਪਾਂ ਨੂੰ ਆਨਲਾਈਨ ਵਰਕ ਭੇਜ ਰਹੇ ਹਨ, ਜੋ ਆਪਾਂ ਨੂੰ ਰੁਟੀਨ ਦੇ ਵਿੱਚ ਕਰਨਾ ਚਾਹੀਦਾ ਹੈ। ਲੇਕਿਨ ਜੋ ਟੀਚਰ ਆਪਾਂ ਨੂੰ ਡੇਲੀ ਵਰਕ ਭੇਜ ਰਿਹਾ ਹੈ, ਜੋ ਡੇਲੀ ਕੰਮ ਭੇਜ ਰਿਹਾ ਹੈ, ਉਸ ਨੂੰ ਅਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਨਹੀਂ ਕਰ ਰਹੇ। ਜਿਵੇਂ ਹੁਣ ਉਹਨਾਂ ਨੇ ਕੰਮ ਆਪਾਂ ਨੂੰ ਅੱਜ ਦਾ ਭੇਜ ਦਿੱਤਾ, ਅਸੀਂ ਕੀ ਕਵਾਂਗੇ, ਚਲੋ ਛੱਡੋ, ਇਸ ਨੂੰ ਸ਼ਾਮ ਨੂੰ ਕਰ ਲਵਾਂਗੇ ਜਾਂ ਕੱਲ ਨੂੰ ਸੁਬਾਹ ਨੂੰ ਕਰ ਲਵਾਂਗੀ ਜਾਂ ਅਗਲੇ ਦਿਨ ਕਰ ਲਵਾਂਗੀ। ਕਿਉਂਕਿ ਜੋ ਆਪਾਂ ਨੂੰ ਦੁਨਿਆਵੀ ਪੱਖ ਤੇ ਗਿਆਨ ਹਾਸਲ ਹੋਣਾ ਸੀ, ਅਸੀਂ ਉਹ ਦੁਨਿਆਵੀ ਪੱਖ ਤੇ ਵੀ ਗਿਆਨ ਹਾਸਲ ਨਹੀਂ ਕਰ ਰਹੇ। ਮੈਨੂੰ ਲੱਗਦਾ ਹੈ ਕਿ ਦੁਨਿਆਵੀ ਪੱਖ ਤੇ ਵੀ ਅਸੀਂ ਗਿਆਨ ਤਾਂ ਹੀ ਹਾਸਲ ਕਰ ਸਕਦੇ ਹਾਂ ਜੇ ਸਾਡੇ ਕੋਲ ਗੁਰੂ ਦਾ ਸੱਚਾ ਗਿਆਨ ਹੋਵੇਗਾ। ਗੁਰੂ ਦਾ ਸੱਚਾ ਗਿਆਨ ਤਾਂ ਗੁਰਬਾਣੀ ਨੂੰ ਪੜ੍ਹ ਕੇ ਤੇ ਸਮਝ ਕੇ ਹੀ ਹਾਸਲ ਹੋ ਸਕਦਾ ਹੈ। ਅੱਗੇ ਗੁਰੂ ਸਾਹਿਬ ਫਰਮਾਉਂਦੇ ਹਨ, ਉਗਵੈ ਸੂਰ ਨਾ ਜਾਪੇ ਚੰਦ, ਕਿ ਜਦੋਂ ਸੂਰਜ ਚੜ ਜਾਂਦਾ ਹੈ ਤਾਂ ਚੰਦਰਮਾ ਦਾ ਹਨੇਰਾ ਖਤਮ ਹੋ ਜਾਂਦਾ ਹੈ। ਕਿ ਜਦੋਂ ਗਿਆਨ ਰੂਪੀ ਸਾਡੇ ਜੀਵਨ ਵਿੱਚ ਗਿਆਨ ਦੀ ਰੌਸ਼ਨੀ ਹੋ ਜਾਂਦੀ ਹੈ, ਜੋ ਅਗਿਆਨਤਾ ਦਾ ਹਨੇਰਾ ਹੈ ਉਹ ਖਤਮ ਹੋ ਜਾਂਦਾ ਹੈ। ਸਾਡੇ ਵਿੱਚੋਂ ਮੈਂ ਮੇਰੀ ਮਿਟ ਜਾਂਦੀ ਹੈ, ਜੋ ਈਗੋ ਹੈ ਉਹ ਖਤਮ ਹੋ ਜਾਂਦੀ ਹੈ। ਅੱਗੇ ਗੁਰੂ ਸਾਹਿਬ ਦਾ ਫਰਮਾਨ ਹੈ, ਜਹ ਗਿਆਨ ਪ੍ਰਗਾਸ ਅਗਿਆਨ ਮਿਟਤ। ਸੋ ਸਾਨੂੰ ਇੱਥੋਂ ਇਹੀ ਸੇਧ, ਇਹੀ ਗਿਆਨ ਮਿਲਦਾ। ਇਸ ਦਾ ਅਰਥ ਇਹ ਹੈ ਕਿ ਸਾਨੂੰ ਜਦੋਂ ਗਿਆਨ ਹੋ ਜਾਵੇਗਾ, ਅਗਿਆਨਤਾ ਆਪਣੇ ਆਪ ਖਤਮ, ਦੂਰ ਹੋਣ ਲੱਗ ਜਾਵੇਗੀ। ਪਹਿਲਾਂ ਅਸੀਂ ਗੱਲ ਕੀਤੀ ਹੈ ਕਿ ਅਗਿਆਨਤਾ ਵਿਸ਼ੇ ਵਿਕਾਰ ਜਾਂ ਡਰੱਗਸ, ਨਸ਼ੇ
ਜਾਂ ਅਸੀਂ ਕਿਸੇ ਨਾਲ ਜ਼ਿਆਦਾ ਈਗੋ ਕਰਦੇ ਹਾਂ, ਵੈਰ ਵਿਰੋਧ ਰੱਖਦੇ ਹਾਂ, ਕਿਸੇ ਜ਼ਿਆਦਾ ਵਿਸ਼ੇ ਵਿਕਾਰਾਂ ਵਿੱਚ, ਗਲਤ ਵਿਸ਼ੇ ਵਿਕਾਰਾਂ ਵਿੱਚ ਪੈ ਕੇ ਇਹ ਸਭ ਅਗਿਆਨਤਾ ਤੋਂ ਅਸੀਂ ਆਪਣੇ ਆਪ ਹੀ ਮੁੱਖ ਮੋੜਨ ਲੱਗ ਜਾਵਾਂਗੇ। ਜਿਵੇਂ ਕਿ ਹੁਣ ਆਪਾਂ ਨੂੰ ਪਤਾ ਹੈ ਕਿ ਆਪਣੀ ਸਾਰਿਆਂ ਦੀ ਲਾਈਫ ਦੇ ਵਿੱਚ ਆਪਣੇ ਆਪਣੇ ਫਰੈਂਡਸ ਹੁੰਦੇ ਹਨ। ਉਹ ਫਰੈਂਡਸ ਆਪਣੀ ਲਾਈਫ ਦੇ ਵਿੱਚ ਵੀ ਬਹੁਤ ਜ਼ਿਆਦਾ ਰੋਲ ਨਿਭਾਉਂਦੇ ਹਨ। ਜਿਵੇਂ ਹੁਣ ਅਸੀਂ ਆਪਣੀ ਕੋਈ ਵੀ ਗੱਲ ਹੁੰਦੀ ਆ ਆਪਣੇ ਫਰੈਂਡਸ ਨਾਲ ਸ਼ੇਅਰ ਕਰਦੇ ਹਾਂ, ਪਰ ਫਰੈਂਡਸ ਵੀ ਚੰਗੇ ਹੋਣੇ ਚਾਹੀਦੇ ਆ, ਚੰਗੇ ਵਿਚਾਰਾਂ ਵਾਲੇ ਹੋਣੇ ਚਾਹੀਦੇ ਹਨ। ਕਈ ਵਾਰ ਅਸੀਂ ਮਾੜਿਆਂ ਦੀ ਸੰਗਤ ਕਰ ਲੈਂਦੇ ਆ, ਮਾੜਿਆਂ ਇਨਸਾਨਾਂ ਦੇ ਵਿੱਚ ਵਿਚਰਨ ਲੱਗ ਜਾਂਦੇ ਹਾਂ। ਜਿਸ ਟਾਈਮ ਅਸੀਂ ਗੁਰੂ ਦੀ ਸੋਝੀ ਲੈਣੀ ਹੁੰਦੀ ਹੈ, ਉਸ ਸਮਾਂ ਅਸੀਂ ਵੇਲੇ ਤੇ ਗੱਲਾਂ ਮਾਰਨ ਦੇ ਵਿੱਚ ਬਤੀਤ ਕਰ ਦਿੰਦੇ ਹਾਂ। ਇੱਥੇ ਮੈਂ ਇੱਕ ਹੋਰ ਪੱਖ ਸਾਂਝਾ ਕਰਨਾ ਚਾਹੁੰਦੀ ਹਾਂ। ਜੇ ਆਪਣੇ ਵਿੱਚ ਗਿਆਨ ਹੋਵੇ, ਆਪਾਂ ਨੂੰ ਗਿਆਨ ਦੀ ਸੋਝੀ ਹੋਵੇ, ਅਸੀਂ ਉਸ ਮਾੜਿਆਂ ਨੂੰ ਵੀ ਚੰਗੇ ਬਣਾ ਸਕਦੇ ਹਾਂ। ਇਹ ਆਪਣੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਚੰਗਿਆਂ ਦੀ ਸੰਗਤ ਕਰਨੀ ਹੈ ਕਿ ਮਾੜਿਆਂ ਦੀ, ਵੀ ਅਸੀਂ ਚੰਗੇ ਗੁਣ ਪੈਦਾ ਕਰਨੇ ਹਨ ਕਿ ਆਪਣੇ ਵਿੱਚ ਮਾੜੇ। ਜਿਵੇਂ ਅਸੀਂ ਗੁਰਬਾਣੀ ਰੂਪੀ ਚੰਗੇ ਗੁਣ ਪੈਦਾ ਕਰਕੇ ਦੂਸਰਿਆਂ ਨੂੰ ਵੀ ਚੰਗੇ ਬਣਾ ਸਕਦੇ ਹਾਂ। ਅੱਗੇ ਕਬੀਰ ਸਾਹਿਬ ਬਚਨ ਕਰਦੇ ਹਨ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੋ ਵਾਰ। ਕਿ ਜੋ ਇਹ ਮਾਨਸ ਜਨਮ ਹੈ, ਜੋ ਇਹ ਆਪਣੀ ਜ਼ਿੰਦਗੀ ਹੈ, ਇਹ ਆਪਾਂ ਨੂੰ ਸਿਰਫ ਇੱਕ ਵਾਰ ਹੀ ਮਿਲੇਗੀ। ਇਹ ਦੁਬਾਰਾ ਆਪਾਂ ਨੂੰ ਇਹ ਜ਼ਿੰਦਗੀ ਨਹੀਂ ਮਿਲੇਗੀ। ਅੱਗੇ ਗੁਰੂ ਸਾਹਿਬ ਫਰਮਾਉਂਦੇ ਹਨ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਕਿ ਤੂੰ ਹਰ ਟਾਈਮ, ਹਰ ਵਕਤ ਉਸ ਪਰਮਾਤਮਾ ਨੂੰ ਆਪਣੇ ਮਨ ਵਿੱਚ, ਆਪਣੇ ਦਿਮਾਗ ਵਿੱਚ ਚੇਤੇ ਰੱਖ। ਕਿਉਂਕਿ ਜਦੋਂ ਅਸੀਂ ਉਸ ਪਰਮਾਤਮਾ ਨੂੰ ਆਪਣੇ ਮਨ ਵਿੱਚ ਚੇਤੇ ਰੱਖਾਂਗੇ ਤਾਂ ਅਸੀਂ ਕਦੇ ਵੀ ਕੋਈ ਗਲਤ ਕੰਮ ਨਹੀਂ ਕਰਾਂਗੇ। ਅਸੀਂ ਉਸਦੇ ਭੈ ਵਿੱਚ ਰਹਿੰਦੇ ਹਮੇਸ਼ਾ ਸੱਚਾ ਹੀ ਗਿਆਨ ਪ੍ਰਾਪਤ ਕਰਾਂਗੇ। ਜਿਵੇਂ ਆਪਾਂ ਪਹਿਲਾਂ ਗੁਰਬਾਣੀ ਕੈਂਪ ਦੇ ਸਟਾਰਟ ਹੋਣ ਦੇ ਵਿੱਚ ਇੱਕ ਗੁਰਬਾਣੀ ਫਰਮਾਨ ਲਿਆ ਸੀ, ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਭਾਵ ਅਸੀਂ ਤਾਂਹੀਓ ਹੀ ਆਪਣੇ ਜੀਵਨ ਵਿੱਚ ਸਫਲ ਹੋ ਸਕਦੇ ਹਾਂ ਕਿ ਗੁਰਬਾਣੀ ਸਾਡੇ ਹਿਰਦੇ ਵਿੱਚ ਵਸ ਜਾਵੇ। ਤਾਂ ਹੀ ਅਗਿਆਨਤਾ ਦੀਆਂ ਠੋਕਰਾਂ ਤੋਂ ਬਚ ਸਕਦੇ ਹਾਂ, ਤਾਂ ਹੀ ਅਸੀਂ ਆਪਣਾ ਸਹੀ ਰਸਤਾ ਚੁਣ ਸਕਦੇ ਹਾਂ ਤੇ ਗੁਰੂ ਤੋਂ ਸੱਚਾ ਗਿਆਨ ਪ੍ਰਾਪਤ ਕਰ ਸਕਦੇ ਹਾਂ। ਮੈਂ ਇੱਥੇ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨਾ ਚਾਹਾਂਗੀ। ਅਗਿਆਨਤਾ ਦੇ ਕਾਰਨ, ਮਤਲਬ ਵੀ ਹਨੇਰੇ ਦੇ ਵਿੱਚ ਅਸੀਂ ਕਿਵੇਂ ਕੰਮ ਕਰਦੇ ਹਾਂ। ਇੱਕ ਵਾਰ ਨਾ ਇੱਕ ਮਛੇਰਾ ਸੀ ਜੋ ਮੱਛੀਆਂ ਪਕੜਨ ਲਈ ਇੱਕ ਨਦੀ ਦੇ ਕਿਨਾਰੇ ਚਲਾ ਗਿਆ। ਉਹ ਮੱਛੀਆਂ ਪਕੜਨ ਲਈ ਹਨੇਰੇ ਦੇ ਵਿੱਚ ਚਲਾ ਗਿਆ। ਉਸਨੇ
ਸੂਰਜ ਚੜ੍ਹਨ ਤੋਂ ਪਹਿਲਾਂ ਹੀ ਮੱਛੀਆਂ ਨੂੰ ਪਕੜਨਾ ਸਟਾਰਟ ਕੀਤਾ। ਉਸਦੇ ਹੱਥ ਵਿੱਚ ਜੋ ਜਾਲ ਸੀ, ਉਸਨੇ ਕਾਫੀ ਵਾਰ ਉਸਨੂੰ ਨਦੀ ਦੇ ਵਿੱਚ ਸੁੱਟਿਆ ਤੇ ਫਿਰ ਉਸਨੂੰ ਉਸਦੇ ਵਿੱਚ ਕੋਈ ਸਫਲਤਾ ਹਾਸਲ ਨਹੀਂ ਹੋਈ, ਕਿਉਂਕਿ ਹਨੇਰੇ ਦੇ ਵਿੱਚ ਉਸਨੂੰ ਕੁਝ ਪਤਾ ਨਹੀਂ ਸੀ ਲੱਗ ਰਿਹਾ। ਜਦੋਂ ਉਸਨੂੰ ਉਸ ਦੇ ਕੰਮ ਦੇ ਵਿੱਚ ਆਪਣੇ ਵਿੱਚ ਸਫਲਤਾ ਹਾਸਲ ਨਾ ਹੋਈ ਤਾਂ ਉਸਨੇ ਨਦੀ ਦੇ ਕਿਨਾਰੇ ਚੱਲਣਾ ਸਟਾਰਟ ਕਰਤਾ, ਵੀ ਚੱਲਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਨਦੀ ਦੇ ਕਿਨਾਰੇ ਚੱਲ ਰਿਹਾ ਸੀ ਤਾਂ ਉਸਦਾ ਪੈਰ ਇੱਕ ਥੈਲੇ ਵਿੱਚ ਜਾ ਵੱਜਿਆ। ਉਸਦਾ ਪੈਰ ਜੋ ਥੈਲੇ ਵਿੱਚ ਵੱਜਿਆ ਸੀ, ਉਸ ਵਿੱਚ ਕਾਫੀ ਛੋਟੇ-ਛੋਟੇ ਪੱਥਰ ਸਨ। ਉਸਨੇ ਉਹ ਥੈਲਾ ਚੁੱਕਿਆ ਤੇ ਉਹ ਉੱਥੇ ਨਦੀ ਦੇ ਕਿਨਾਰੇ ਬੈਠ ਗਿਆ। ਜਦੋਂ ਉਹ ਨਦੀ ਦੇ ਕਿਨਾਰੇ ਬੈਠ ਕੇ ਉਸਨੇ ਉਸ ਥੈਲੇ ਵਿੱਚੋਂ ਇੱਕ ਪੱਥਰ ਕੱਢਿਆ, ਪੱਥਰ ਕੱਢ ਕੇ ਉਸ ਨਦੀ ਵਿੱਚ ਸੁੱਟਿਆ ਤੇ ਜਦੋਂ ਉਸਨੇ ਉਹ ਪੱਥਰ ਸੁੱਟਿਆ ਤਾਂ ਉਸਨੂੰ ਜੋ ਸ਼ਾਂਤਮਈ ਪਾਣੀ ਵਗ ਰਿਹਾ ਸੀ, ਉਸ ਸ਼ਾਂਤਮਈ ਪਾਣੀ ਦੇ ਵਿੱਚ ਜੋ ਆਵਾਜ਼ ਸਾਊਂਡ ਉਸਦਾ ਵੀ ਖੜਕਾ ਹੋਇਆ, ਉਸਨੂੰ ਇੰਨਾ ਵਧੀਆ ਲੱਗਿਆ ਕਿ ਉਹ ਨਦੀ ਦੇ ਕਿਨਾਰੇ ਬੈਠ ਕੇ ਉਹ ਸਾਰੇ ਪੱਥਰ ਸੀਗੇ ਉਹ ਕੱਢ ਕੇ ਉਸ ਨਦੀ ਦੇ ਵਿੱਚ ਸੁੱਟਣ ਲੱਗ ਗਿਆ। ਜਦੋਂ ਉਹ ਪੱਥਰ ਉਸ ਨਦੀ ਦੇ ਕਿਨਾਰੇ ਬੈਠ ਕੇ ਸੁੱਟ ਰਿਹਾ ਸੀ, ਸੁਬਾਹ ਹੋਣ ਤੱਕ ਉਸਨੇ ਤਕਰੀਬਨ ਸਾਰੇ ਹੀ ਪੱਥਰ ਉਸ ਵਿੱਚ ਸੁੱਟ ਦਿੱਤੇ ਸਨ, ਪਰ ਉਸਦੇ ਹੱਥ ਵਿੱਚ ਇੱਕ ਪੱਥਰ ਰਹਿ ਗਿਆ ਸੀ। ਜਦੋਂ ਸੁਬਾਹ ਹੋਈ, ਸੂਰਜ ਦੀ ਪਹਿਲੀ ਕਿਰਨ ਜਾਂ ਰੋਸ਼ਨੀ ਉਸ ਪੱਥਰ ਉੱਪਰ ਪਈ ਤਾਂ ਉਸਨੇ ਦੇਖਿਆ ਕਿ ਉਹ ਪੱਥਰ ਕਿੰਨਾ ਚਮਕਦਾਰ ਹੈ, ਵੀ ਇਸ ਪੱਥਰ ਦੀ ਚਮਕ ਕਿੰਨੀ ਹੈ। ਉਸਨੇ ਸੋਚਿਆ ਕਿ ਇਹ ਪੱਥਰ ਹੈ। ਜਦੋਂ ਉਸਨੇ ਧਿਆਨ ਨਾਲ ਦੇਖਿਆ ਕਿ ਇਹ ਪੱਥਰ ਨਹੀਂ, ਇਹ ਤਾਂ ਬਹੁਤ ਹੀ ਕੀਮਤੀ ਹੀਰਾ ਹੈ, ਉਸਨੇ ਫਿਰ ਆਪਣੇ ਮੱਥੇ ਉੱਪਰ ਹੱਥ ਮਾਰਿਆ ਤੇ ਉਹ ਪਛਤਾਉਣ ਲੱਗ ਪਈ। ਫਿਰ ਉਸਨੇ ਜਦੋਂ ਉਸ ਨਦੀ ਦੇ ਕਿਨਾਰੇ ਬੈਠ ਕੇ ਪਛਤਾ ਰਿਹਾ ਸੀ ਕਿ ਜੋ ਹੀਰਿਆਂ ਦਾ ਭਰਿਆ ਥੈਲਾ ਸੀ, ਮੈਂ ਉਹ ਸਾਰਾ ਹੀ ਨਦੀ ਦੇ ਵਿੱਚ ਇੱਕ ਚੰਗੀ ਆਵਾਜ਼ ਸੁਣਨ ਦੇ ਕਾਰਨ ਉਸ ਵਿੱਚ ਸੁੱਟ ਦਿੱਤਾ ਹੈ, ਤਾਂ ਇਸਦਾ ਮੈਨੂੰ ਕੋਈ ਜੋ ਲਾਭ ਹੋਣਾ ਸੀ ਨਾ ਮੈਂ ਉਹ ਲਾਭ ਪ੍ਰਾਪਤ ਕਰ ਸਕਾਂ। ਵੀ ਉਹ ਸੋਚ ਰਿਹਾ ਸੀ ਜੇ ਆਕਾਸ਼ ਮੈਂ ਸੂਰਜ ਚੜ੍ਹਨ ਤੋਂ ਉਪਰੰਤ ਇਹ ਕੰਮ ਕਰਦਾ, ਜੋ ਇਹ ਆਪਣਾ ਕੰਮ ਕਰਨ ਵਾਸਤੇ ਆਇਆ ਸੀ ਮੱਛੀਆਂ ਪਕੜਨ ਵਾਸਤੇ, ਸ਼ਾਇਦ ਉਹ ਹੀਰਿਆਂ ਦਾ ਭਰਿਆ ਥੈਲਾ ਮੇਰੇ ਹੱਥ ਲੱਗ ਜਾਂਦਾ। ਇਸੇ ਤਰ੍ਹਾਂ ਜਦੋਂ ਅਸੀਂ ਵੀ ਅਗਿਆਨਤਾ ਦੇ ਹਨੇਰੇ ਵਿੱਚ ਕੋਈ ਵੀ ਕੰਮ ਕਰਦੇ ਹਾਂ ਤਾਂ ਸਾਨੂੰ ਹਮੇਸ਼ਾ ਹੀ ਧੋਖਾ ਹੀ ਪੱਲੇ ਆਉਂਦਾ ਹੈ। ਅਗਿਆਨਤਾ ਦੇ ਵਿੱਚ ਕਦੇ ਸਾਨੂੰ ਵੀ ਸਫਲਤਾ ਹਾਸਲ ਨਹੀਂ ਹੁੰਦੀ। ਸੋ ਮਨੁੱਖ ਨੂੰ ਚਾਹੀਦਾ ਹੈ, ਸਾਨੂੰ ਸੱਚਾ ਗਿਆਨ ਹਾਸਲ ਹੋਣਾ ਚਾਹੀਦਾ ਹੈ। ਉਸਨੂੰ ਸੱਚੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਫਿਰ ਹੀ ਜਦੋਂ ਅਸੀਂ ਕੋਈ ਕੰਮ ਕਰਾਂਗੇ, ਸਾਨੂੰ ਆਪਣੇ ਆਪ ਉਸ ਕੰਮ ਕਰਨ ਦੀ ਸੋਚੀ ਆ ਜਾਵੇਗੀ। ਮੈਂ ਤੁਹਾਡੇ ਨਾਲ ਇੱਥੇ ਇੱਕ ਗੱਲ ਹੋਰ ਸਾਂਝੀ ਕਰਨਾ ਚਾਹਾਂਗੀ ਕਿ ਆਪਣੀ ਜ਼ਿੰਦਗੀ ਵਿੱਚ ਦੋ ਅਗਿਆਨਤਾ ਦੇ ਹਨੇਰੇ ਹੁੰਦੇ ਹਨ। ਇੱਕ ਤਾਂ ਅਗਿਆਨਤਾ ਦਾ ਹਨੇਰਾ ਜੋ ਆਪਾਂ ਬਾਹਰੀ ਤੌਰ ਤੇ ਦੇਖਦੇ ਹਾਂ, ਜਿਸ ਨੂੰ ਅਸੀਂ
ਕਿਸੇ ਲਾਈਟ ਟਿਊਬ ਜਾਂ ਕਿਸੇ ਦੀਵਾ ਜਾਂ ਕੋਈ ਕਿਸੇ ਹੋਰ ਚੀਜ਼ ਨਾਲ ਉਹ ਹਨੇਰਾ ਖਤਮ ਕਰ ਦਿੰਦੇ ਹਾਂ, ਉਹ ਹਨੇਰੇ ਨੂੰ ਦੂਰ ਕਰ ਦਿੰਦੇ ਹਾਂ। ਜੋ ਅਗਿਆਨਤਾ ਦਾ ਹਨੇਰਾ ਹੈ ਉਸਨੂੰ ਅਸੀਂ ਕੇਵਲ ਉਸ ਵਾਹਿਗੁਰੂ ਦੀ ਸੱਚੀ ਬਾਣੀ ਨੂੰ ਅਪਣਾ ਕੇ ਹੀ ਦੂਰ ਕਰ ਸਕਦੇ ਹਾਂ। ਇਸ ਜੋ ਗੁਰਬਾਣੀ ਹੈ ਉਸਨੂੰ ਆਪਣੀ ਡੇਲੀ ਲਾਈਫ ਦੇ ਵਿੱਚ ਵਿਚਾਰੀਏ, ਪੜ੍ਹੀਏ, ਸਮਝੀਏ ਤੇ ਉਸਦੀ ਵਿਚਾਰ ਕਰਕੇ ਆਪਣੀ ਲਾਈਫ ਦੇ ਵਿੱਚ ਅਪਣਾਈਏ, ਆਪਣੀ ਲਾਈਫ ਦੇ ਵਿੱਚ ਲਾਗੂ ਕਰੀਏ। ਜਿਵੇਂ ਕਿ ਆਪਣੇ ਘਰ ਦੇ ਵਿੱਚ ਜਾਂ ਕੋਈ ਚੇਅਰ ਵਗੈਰਾ ਜਾਂ ਕੋਈ ਬੈੱਡ ਜਾਂ ਆਪਾਂ ਮੰਜਾ ਆਪਣੇ ਘਰ ਦੇ ਵਿੱਚ ਹਰ ਇੱਕ ਦੇ ਵਿੱਚ ਹੁੰਦਾ ਗਾ। ਇਹ ਮੰਜਾ ਸਾਡੇ ਲਈ ਆਰਾਮਦਾਇਕ ਵੀ ਹੈ ਤੇ ਦੁਖਦਾਇਕ ਵੀ ਹੈ, ਕਿਉਂਕਿ ਜਦੋਂ ਕੋਈ ਵਿਅਕਤੀ ਥੱਕਿਆ ਹੁੰਦਾ ਹੈ, ਜਿਸ ਨੂੰ ਆਰਾਮ ਦੀ ਜ਼ਰੂਰਤ ਹੁੰਦੀ ਹੈ, ਉਹ ਇਸ ਉੱਪਰ ਪੈ ਕੇ ਆਪਣੀ ਥਕਾਵਟ ਦੂਰ ਕਰ ਲੈਂਦਾ ਹੈ। ਲੇਕਿਨ ਇਹ ਸਾਡੇ ਲਈ ਦੁਖਦਾਇਕ ਇਸ ਲਈ ਹੈ ਜਦੋਂ ਅਸੀਂ ਇਸ ਨੂੰ ਲੋੜ ਤੋਂ ਜ਼ਿਆਦਾ ਵਰਤ ਲੈਂਦੇ ਹਾਂ। ਜਿਵੇਂ ਜਿਸ ਸਮੇਂ ਅਸੀਂ ਸਵੇਰੇ ਉੱਠ ਕੇ ਨਿਤਨੇਮ ਕਰਨਾ ਹੁੰਦਾ ਹੈ, ਉਸ ਟਾਈਮ ਸਾਨੂੰ ਇਹ ਮੰਜਾ ਹੋਰ ਆਲਸ ਦੇ ਦਿੰਦਾ ਹੈ। ਜੋ ਇਹ ਆਪਣਾ ਬੈੱਡ ਹੁੰਦਾ ਹੈ, ਇਹ ਹੋਰ ਆਲਸ ਦੇ ਦਿੰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ। ਜਿਸ ਟਾਈਮ ਉਸ ਵਾਹਿਗੁਰੂ ਦਾ ਨਾਮ ਸਿਮਰਨ ਕਰਨਾ ਹੁੰਦਾ ਹੈ, ਨਿਤਨੇਮ ਕਰਨਾ ਹੁੰਦਾ ਹੈ, ਉਸ ਟਾਈਮ ਇਹ ਮੰਜਾ ਆਪਾਂ ਨੂੰ ਦੁੱਖ ਵੀ ਬਹੁਤ ਹੀ ਦਿੰਦਾ ਹੈ। ਜਦੋਂ ਅਸੀਂ ਉਹ ਪਰਮਾਤਮਾ ਦੇ ਨਾਲ ਸੁਰਤ ਜੋੜਨੀ ਹੁੰਦੀ ਹੈ, ਉਹ ਵਾਹਿਗੁਰੂ ਨਾਲ ਵਾਹਿਗੁਰੂ ਦੀ ਗੁਰਬਾਣੀ ਰਾਹੀਂ ਗਿਆਨ ਹਾਸਲ ਕਰਨਾ ਹੁੰਦਾ ਹੈ, ਉਸ ਟਾਈਮ ਅਸੀਂ ਇਸ ਦੇ ਰਾਹੀਂ ਆਪਣੇ ਵਿੱਚ ਆਲਸ ਪੈਦਾ ਕਰ ਲੈਂਦੇ ਹਾਂ। ਇਹ ਜੋ ਅਗਿਆਨਤਾ ਦਾ ਹਨੇਰਾ ਹੈ, ਇਹ ਹਰ ਇੱਕ ਮਨੁੱਖ ਲਈ ਦੁਖਦਾਇਕ ਹੈ। ਇਹ ਅਗਿਆਨਤਾ ਕਿਸੇ ਰਾਜੇ ਲਈ ਵੀ, ਕਿਸੇ ਕੰਗਾਲ ਲਈ ਵੀ, ਕਿਸੇ ਅਮੀਰ ਲਈ ਵੀ ਤੇ ਕਿਸੇ ਗਰੀਬ ਵਿਅਕਤੀ ਲਈ ਵੀ ਦੁਖਦਾਇਕ ਹੈ। ਜਿਵੇਂ ਇੱਕ ਕਮਰਾ ਹੈ, ਉਹ ਕਾਫੀ ਟਾਈਮ ਤੋਂ ਬੰਦ ਪਿਆ, ਉਸ ਵਿੱਚ ਕਾਫੀ ਜ਼ਿਆਦਾ ਹਨੇਰਾ ਹੈ, ਕਈ ਸਾਲਾਂ ਤੋਂ ਉਸ ਵਿੱਚ ਹਨੇਰਾ ਹੈ, ਪਰ ਜਦੋਂ ਅਸੀਂ ਉਸ ਵਿੱਚ ਜਾ ਕੇ ਕੋਈ ਲਾਈਟ ਜਾਂ ਟਿਊਬ ਦੇ ਦੁਆਰਾ ਚਾਨਣ ਕਰ ਦੇਵਾਂਗੇ ਤਾਂ ਉਹ ਹਨੇਰਾ ਦੂਰ ਹੋ ਜਾਵੇਗਾ। ਉਸੇ ਤਰ੍ਹਾਂ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ, ਆਪਣੀ ਲਾਈਫ ਦੇ ਵਿੱਚ ਗੁਰਬਾਣੀ ਦੇ ਰਾਹੀਂ ਗਿਆਨ ਦਾ ਦੀਵਾ ਬਾਲ ਲਈਏ, ਜੋ ਆਪਣੀ ਲਾਈਫ ਦੇ ਵਿੱਚ ਕਈ ਸਾਲਾਂ ਤੋਂ ਅਗਿਆਨਤਾ ਦਾ ਹਨੇਰਾ ਹੈ, ਉਹ ਖਤਮ ਹੋ ਜਾਵੇਗਾ। ਜਿਵੇਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਮੇਂ, ਜੋ ਕਿ ਕੌਡਾ ਰਾਖਸ਼, ਬਲੀ ਕੰਧਾਰੀ, ਭੂਮੀਆਂ ਚੋਰ ਤੇ ਹੋਰ ਕਾਫੀ ਮਨੁੱਖਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ, ਉਹਨਾਂ ਦੇ ਦਰਸ਼ਨਾਂ ਰਾਹੀਂ ਆਪਣੇ ਵਿੱਚ ਗਿਆਨ ਹਾਸਲ ਕਰਕੇ ਆਪਣਾ ਜੀਵਨ ਬਦਲ ਲਿਆ। ਅਸੀਂ ਵੀ ਗੁਰਬਾਣੀ ਰੂਪੀ ਗਿਆਨ ਹਾਸਲ ਕਰੀਏ, ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਈਏ। ਜੋ ਅਸੀਂ ਵਿਚਾਰ ਗੁਰਬਾਣੀ ਰਾਹੀਂ ਵਿਚਾਰ ਕਰਦੇ ਹਾਂ, ਉਸਨੂੰ ਆਪਣੀ ਲਾਈਫ ਦੇ ਵਿੱਚ ਇੱਕ ਵਾਰ ਅਪਲਾਈ ਜ਼ਰੂਰ ਕਰਕੇ ਦੇਖੀਏ, ਜਿਸ ਨਾਲ ਸਾਨੂੰ ਆਪਣੇ ਆਪ ਵਿੱਚ
ਕੁਝ ਫਰਕ ਸਮਝ ਆਵੇਗਾ। ਅੱਗੇ ਗੁਰਬਾਣੀ ਫਰਮਾਨ ਹੈ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਿ ਸਾਡੇ ਜੀਵਨ ਵਿੱਚ ਜੇ 100 ਚੰਦਾ ਵੀ ਉਗਵੇ, ਜੇ 100 ਚੰਦਾ ਵੀ ਤੇ 1000 ਸੂਰਜ ਵੀ ਚੜ ਜਾਣ, ਫਿਰ ਵੀ ਉਹ ਅਕਾਲ ਪੁਰਖ ਦੀ ਬਾਣੀ ਤੋਂ ਬਿਨਾਂ ਸਾਡੇ ਜੀਵਨ ਵਿੱਚ ਅਗਿਆਨਤਾ ਹੀ ਹੈ। ਜਿਵੇਂ ਕਿ ਇੱਕ ਵਿਅਕਤੀ ਹੈ, ਉਸਦੀ ਅੱਖਾਂ ਦੀ ਲੋ ਨਹੀਂ, ਉਸਦੀ ਅੱਖਾਂ ਦੀ ਰੋਸ਼ਨੀ ਹੈ ਨਹੀਂ, ਪਰ ਉਹ ਗੁਰਬਾਣੀ ਨਾਲ ਜੁੜ ਕੇ, ਗੁਰਬਾਣੀ ਦੇ ਰਾਹੀਂ, ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਸੋਹਣਾ ਤੇ ਸੱਜੇ ਢੰਗ ਨਾਲ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਉਹ ਇਨਸਾਨ ਅਗਿਆਨਤਾ ਦੇ ਹਨੇਰੇ ਵਿੱਚੋਂ ਨਿਕਲ ਚੁੱਕਿਆ ਹੈ। ਇਹ ਸਾਡੇ ਤੇ ਸਮਰੱਥ ਹੈ ਕਿ ਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਹੈ ਕਿ ਨਹੀਂ ਅਪਣਾਉਣਾ। ਜੋ ਆਹ ਦੁਨਿਆਵੀ ਪਦਾਰਥ ਹਨ, ਜਿਵੇਂ ਆਪਾਂ ਨੂੰ ਸਾਰਾ ਦਿਨ ਆਪਾਂ ਆਪਣੇ ਪਾਸਟ ਟਾਈਮ ਜਾਂ ਫਿਊਚਰ ਦੇ ਵਿੱਚ ਹੀ ਗੱਲ ਕਰਦੇ ਹਾਂ, ਜਿਵੇਂ ਇਹ ਝੂਠੇ ਰਿਸ਼ਤੇ ਵੀ ਸਾਡੇ ਵਿੱਚ, ਝੂਠੀਆਂ ਗੱਲਾਂ, ਇਹ ਬੇਤੁਕੀਆਂ ਬੇਸੁਰੀਆਂ ਦੁਨੀਆ ਦੇ ਵਿੱਚ, ਅਸੀਂ ਦੁਨੀਆ ਦੀ ਜ਼ਿੰਦਗੀ ਦੇ ਵਿੱਚ ਅਸੀਂ ਉਹਨਾਂ ਦੀ ਲਾਈਫ ਦੇ ਵਿੱਚ ਇੰਟਰਫੇਅਰ ਕਰਦੇ ਰਹਿੰਦੇ ਹਾਂ ਕਿ ਉਹ ਏਦਾਂ ਕਰ ਰਿਹਾ ਹੈ, ਉਸਨੇ ਏਦਾਂ ਕਰਨਾ ਸੀ, ਉਸ ਵਿੱਚ ਇਹ ਔਗਣ ਹੈ, ਜਾਂ ਉਹ ਹੀ ਕਰ ਰਿਹਾ ਗਾ। ਉਹਨਾਂ ਦੀਆਂ ਬੇਤੁਕੀਆਂ ਤੇ ਬੇਸੁਰੀਆਂ ਗੱਲਾਂ ਵਿੱਚ ਆਪਣਾ ਸਾਰਾ ਜੋ ਇੰਨਾ ਕੀਮਤੀ ਜੀਵਨ ਹੈ, ਉਸਨੂੰ ਏਦਾਂ ਹੀ ਬਰਬਾਦ ਕਰ ਦਿੰਦੇ ਹਾਂ। ਸੋ ਮੈਂ ਤਾਂ ਸਭ ਨੂੰ ਇਹੀ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਆਪਾਂ ਸਾਰੇ ਨਿਤਨੇਮ ਦੇ ਧਾਰਨੀ ਹੋਈਏ, ਨਿਤਨੇਮ ਕਰੀਏ, ਉਸ ਗੁਰਬਾਣੀ ਦੀ ਸੋਝੀ ਤੇ ਆਪਣੇ ਗੁਰਬਾਣੀ ਦੀ ਸੋਝੀ ਲੈ ਕੇ ਆਪਣੇ ਜੀਵਨ ਨੂੰ ਚੱਜਾ ਤੇ ਚੜ੍ਹਦੀ ਕਲਾ ਵਾਲਾ ਜੀਵਨ ਬਣਾਈਏ। ਸੋ ਲਾਸਟ ਵਿੱਚ ਮੈਂ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ, ਜਿਵੇਂ ਕਿ ਆਪਾਂ ਸਕੂਲ ਕਾਲਜ ਸਾਰੇ ਹੀ ਜਾਂਦੇ ਹਾਂ, ਸਕੂਲ ਕਾਲਜ ਦੇ ਵਿੱਚ ਜਾਂਦੇ ਸਮੇਂ ਅਸੀਂ ਕਈ ਵਾਰ ਠੋਕਰਾਂ ਖਾਂਦੇ ਹਾਂ। ਅਸੀਂ ਠੋਕਰਾਂ ਤਾਂ ਹੀ ਖਾਂਦੇ ਹਾਂ, ਗਲਤ ਸਟੈਪ ਅਸੀਂ ਤਾਂ ਹੀ ਚੱਕਦੇ ਹਾਂ ਕਿਉਂਕਿ ਅਸੀਂ ਗਿਆਨ ਤੋਂ ਵਾਂਝੇ ਹੁੰਦੇ ਹਾਂ, ਸਾਨੂੰ ਗਿਆਨ ਦੀ ਸੋਝੀ ਨਹੀਂ ਹੁੰਦੀ। ਅਸੀਂ ਫਿਰ ਹੀ ਅਗਿਆਨਤਾ ਦੇ ਵਿੱਚ ਇਹ ਕੰਮ ਕਰਦੇ ਹਾਂ ਜੋ ਆਪਾਂ ਨੂੰ ਨਹੀਂ ਕਰਨੇ ਚਾਹੀਦੇ। ਸੋ ਆਪਾਂ ਸਾਰੇ ਗੁਰਬਾਣੀ ਦੇ ਧਾਰਨੀ ਹੋਈਏ, ਗੁਰਬਾਣੀ ਦਾ ਗਿਆਨ ਹਾਸਲ ਕਰੀਏ, ਗੁਰਬਾਣੀ ਰੂਪੀ ਆਪਣੇ ਵਿੱਚ ਗਿਆਨ ਦਾ ਦੀਵਾ ਬਾਲੀਏ, ਜਿਸ ਨਾਲ ਅਸੀਂ ਆਪਣਾ ਜੀਵਨ ਸੌਖਾ ਤੇ ਸੁਖੀ ਬਤੀਤ ਕਰ ਸਕਦੇ ਹਾਂ। ਸੋ ਲਾਸਟ ਵਿੱਚ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ, ਜੋ ਕਿ ਅਸੀਂ ਵਹਿਮ ਭਰਮ ਕਰਦੇ ਹਾਂ, ਪਖੰਡ ਕਰਦੇ ਹਾਂ, ਇਹਨਾਂ ਵਿੱਚੋਂ ਨਿਕਲ ਕੇ ਗੁਰਬਾਣੀ ਗੁਰ ਇਤਿਹਾਸ ਨਾਲ ਜੁੜ ਕੇ ਆਪਣਾ ਜੀਵਨ ਵਧੀਆ ਬਣਾਈਏ, ਆਪਣੇ ਜੀਵਨ ਨੂੰ ਸੋਹਣਾ ਤੇ ਸੱਜਾ ਕਰੀਏ। ਵੀ ਗੁਰਬਾਣੀ ਸਾਨੂੰ ਆਪਣਾ ਜੀਵਨ ਜਿਉਣ ਦੀ ਸੋਝੀ ਦੇ ਦਿੰਦੀ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਕਿੱਦਾਂ ਵਿਚਰਨਾ ਹੈ, ਕਿੱਦਾਂ ਅਸੀਂ ਆਪਣੀ ਲਾਈਫ ਦੇ ਵਿੱਚ ਸਕਸੈਸਫੁਲ ਹੋਣਾ ਹੈ। ਕਿਉਂਕਿ ਜਦੋਂ ਅਸੀਂ ਆਪਣੀ ਲਾਈਫ ਦੇ ਵਿੱਚ ਸਕਸੈਸਫੁਲ ਤਾਂ ਵੀ ਹੋ ਸਕਦੇ ਹਾਂ ਜੇ ਸਾਨੂੰ ਗੁਰੂ ਦਾ ਚੰਗਾ ਗਿਆਨ ਹਾਸਲ ਹੈ।
ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਮੈਂ ਲਾਸਟ ਵਿੱਚ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਜਸਵਿੰਦਰ ਸਿੰਘ ਜੋ ਕਿ ਅੰਕਲ ਜੀ ਜਸਵਿੰਦਰ ਸਿੰਘ ਯੂਕੇ ਵਾਲੇ ਹਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੈਮ ਜਸਪ੍ਰੀਤ ਕੌਰ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਵਾਈਸੀ ਗੁਰਪ੍ਰੀਤ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੇ ਸਦਕਾ ਮੈਂ ਅੱਜ ਇੱਥੇ ਥੋੜੀਆਂ ਬਹੁਤਾਂ ਵਿਚਾਰਾਂ ਕਰ ਸਕੀ ਹਾਂ। ਸੋ ਜੋ ਗਲਤੀਆਂ ਹੋਈਆਂ ਹਨ ਆਪਣੀ ਛੋਟੀ ਭੈਣ ਸਮਝ ਕੇ ਮਾਫ ਕਰ ਦੇਣਾ। ਸੋ ਬੁਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਧੰਨਵਾਦ ਜੀ। ਆਪ ਜੀ ਨੇ ਸਾਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਕਿ ਸਾਨੂੰ ਸੁੱਖ ਤਾਂ ਹੀ ਮਿਲ ਸਕਦਾ ਹੈ ਜੇ ਸਾਡੀ ਜ਼ਿੰਦਗੀ ਵਿੱਚ ਗੁਰਬਾਣੀ ਦਾ ਦੀਵਾ ਜਗ ਰਿਹਾ ਹੋਵੇ। ਆਪਣੀ ਸਮੁੱਚੀ ਸ਼ਖਸੀਅਤ ਦਾ ਵਿਕਾਸ ਕਰਨਾ ਚਾਹੀਦਾ ਹੈ ਸਾਨੂੰ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਹੁਣ ਅਸੀਂ ਅੱਗੇ ਹੈਂਡ ਰੇਜ਼ ਲਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ, ਮੇਰਾ ਕੁਐਸਚਨ ਸੀਗਾ ਦੀਦੀ ਜੀ ਨੇ ਗੁਰਬਾਣੀ ਫਰਮਾਨ ਬੋਲਿਆ ਸੀ ਕਬੀਰ ਮਾਨਸ ਵਾਲਾ, ਉਹ ਇੱਕ ਵਾਰ ਫਿਰ ਤੋਂ ਰਿਪੀਟ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਉਹ ਕਬੀਰ ਸਾਹਿਬ ਜੀ ਨੇ ਬਚਨ ਕੀਤੇ ਸਨ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੋ ਵਾਰ। ਠੀਕ ਹੈ ਵਾਹਿਗੁਰੂ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਆਪ ਜੀ ਨੇ ਬਹੁਤ ਹੀ ਵਧੀਆ ਸੈਸ਼ਨ ਲਿਆ ਤੇ ਭਾਈ ਪ੍ਰਿਥੀ ਚੰਦ ਜੀ ਦੇ ਕਿਹੜੇ ਗੁਰੂ ਸਾਹਿਬ ਜੀ ਨਾਲ ਕਿਹੜਾ ਰਿਸ਼ਤਾ ਸੀ? ਜੋ ਪ੍ਰਿਥੀ ਚੰਦ ਸੀ ਉਹਨਾਂ ਦਾ ਸ੍ਰੀ ਗੁਰੂ ਰਾਮਦਾਸ ਜੀ ਉਹਨਾਂ ਦੇ ਪਿਤਾ ਜੀ ਸਨ। ਹਾਂਜੀ। ਸ੍ਰੀ ਗੁਰੂ ਅਮਰਦਾਸ ਜੀ ਉਹਨਾਂ ਦੇ ਦੋਤੇ ਸਨ। ਸ੍ਰੀ ਗੁਰੂ ਅਮਰਦਾਸ ਜੀ ਦੇ ਉਹ ਦੋਤੇ ਲੱਗਦੇ ਸਨ। ਪ੍ਰਿਥੀ ਚੰਦ ਜੀ ਦੇ ਭਰਾ, ਕਿਹਨਾਂ ਦੇ ਭਰਾ? ਸ੍ਰੀ ਗੁਰੂ ਅਰਜਨ ਦੇਵ ਜੀ ਦੇ ਭਰਾ ਲੱਗਦੇ ਸਨ। ਹਾਂਜੀ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਤਾਇਆ ਜੀ ਲੱਗਦੇ ਸਨ। ਠੀਕ ਹੈ ਜੀ, ਧੰਨਵਾਦ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਕੁਐਸਚਨ ਇਹ ਹੈ ਕਿ ਜਿਹੜਾ ਮਨੁੱਖ ਗਿਆਨ ਦੇ ਹੁੰਦੇ ਹੋਏ ਵੀ ਗਲਤ ਰਸਤੇ ਵੱਲ ਚੱਲ ਪੈਂਦਾ ਹੈ, ਉਸ ਦਾ ਕੀ ਕਾਰਨ ਹੁੰਦਾ ਹੈ? ਕਿਉਂਕਿ ਉਸਨੂੰ ਆਪਣੇ ਜੋ ਉਸਦੇ ਪੱਲੇ ਗਿਆਨ ਤਾਂ ਹੁੰਦਾ, ਪਰ ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਉਸਨੂੰ ਵੀ ਉਹ ਆਪਣੀ ਲਾਈਫ ਦੇ ਵਿੱਚ ਸਮਝਦਾ ਨਹੀਂ ਵੀ ਗੁਰਬਾਣੀ ਹੈ ਕੀ। ਉਸਨੂੰ ਗੁਰਬਾਣੀ ਦੇ ਉੱਪਰ ਭਰੋਸਾ ਨਹੀਂ ਹੁੰਦਾ, ਕਿਉਂਕਿ ਜੇ ਉਸਨੂੰ ਗੁਰਬਾਣੀ ਉੱਪਰ ਭਰੋਸਾ ਹੁੰਦਾ ਕਿ ਅਸੀਂ ਗੁਰਬਾਣੀ ਪੜ੍ਹ ਕੇ ਗੁਰਬਾਣੀ ਸਮਝ ਕੇ ਆਪਣੇ ਜੀਵਨ ਨੂੰ ਸੁਚੱਜਾ ਬਣਾ ਸਕਦੇ ਹਾਂ, ਤਾਂ ਉਹ ਕਦੇ ਵੀ ਗਲਤ ਰਸਤੇ ਉੱਪਰ ਨਹੀਂ ਚੱਲੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀ ਤੁਸੀਂ ਇਹ ਦੱਸ ਦਿਓ ਕਿ ਮੰਜੇ ਦਾ ਦੁੱਖ ਕਾਰਨ ਕੀ ਹੈ, ਤੁਸੀਂ ਦੱਸਿਆ ਸੀ। ਆਪਾਂ ਕਿਸੇ ਚੀਜ਼ ਨੂੰ ਜ਼ਿਆਦਾ ਵਰਤਾਂਗੇ, ਅਸੀਂ ਕਿਸੇ ਵੀ ਚੀਜ਼ ਨੂੰ ਲੋੜ ਤੋਂ ਜ਼ਿਆਦਾ ਵਰਤਾਂਗੇ, ਕਿਉਂਕਿ ਉਹ ਜੋ ਮੰਜਾ ਹੈ ਆਪਣੇ ਲਈ ਸਿਰਫ ਆਰਾਮ ਕਰਨ ਲਈ ਹੈ। ਜਦੋਂ ਆਪਾਂ ਥਕਾਵਟ ਦੀ ਹਾਲਤ ਵਿੱਚ ਹੁੰਦੇ ਹਾਂ ਤਾਂ ਉਸ ਉੱਪਰ ਅਸੀਂ ਪੈ ਕੇ ਆਰਾਮ ਕਰ ਸਕਦੇ ਹਾਂ, ਲੇਕਿਨ ਜਦੋਂ ਅਸੀਂ ਨਿਤਨੇਮ ਕਰਨਾ ਹੁੰਦਾ, ਸਵੇਰੇ ਸਿਮਰਨ ਕਰਨਾ ਹੁੰਦਾ ਹੈ, ਉਹ ਮੰਜਾ ਸਾਡੇ ਲਈ ਇਸ ਲਈ ਦੁਖਦਾਇਕ ਹੈ। ਅਸੀਂ ਉਸ ਸਮੇਂ ਆਲਸ ਕਰ ਜਾਂਦੇ ਹਾਂ ਕਿ ਅਸੀਂ ਉਸ ਟਾਈਮ ਜਦੋਂ ਨਿਤਨੇਮ ਕਰਨਾ ਉਸਨੂੰ ਆਪਣਾ ਆਲਸ ਕਰਕੇ ਉਸਨੂੰ ਉੱਠਦੇ ਨਹੀਂ। ਉਸ ਸਮੇਂ ਉਸਨੂੰ ਆਪਣੇ ਜੀਵਨ ਦਾ ਬਹੁਤ ਹੀ ਵੱਡਾ ਵੀ ਆਪਣਾ ਸਾਥੀ ਬਣਾ ਲੈਣਾ, ਇੱਕ ਤਰ੍ਹਾਂ ਦਾ ਵੀ ਅਸੀਂ ਆਲਸ ਕਰਕੇ ਜਦੋਂ ਅਸੀਂ ਨਿਤਨੇਮ ਕਰਨਾ ਸੀ ਉਸ ਟਾਈਮ ਉਹ ਮੰਜਾ ਸਾਨੂੰ ਇੱਕ ਤਰ੍ਹਾਂ ਦਾ ਆਲਸ ਹੀ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ, ਆ ਰਹੀ ਹੈ। ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਆਪ ਜੀ ਨੇ ਬਹੁਤ ਵਧੀਆ ਦੱਸਿਆ ਜੀ। ਵਾਹਿਗੁਰੂ ਜੀ, ਮੈਂ ਪੁੱਛਣਾ ਸੀ ਕਿ ਜੋ ਤੁਸੀਂ ਲਾਸਟ ਵਿੱਚ ਜੇ ਸੋ ਚੰਦਾ ਵਾਲੀ ਪੰਕਤੀ ਬੋਲੀ ਸੀ, ਉਹ ਦੁਬਾਰਾ ਦੱਸਣਾ ਜੀ। ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ,
ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਅੱਜ ਦੀਦੀ ਸੁਮਨਪ੍ਰੀਤ ਕੌਰ ਨੇ ਰਾਮਪੁਰਾ ਤੋਂ ਸੈਸ਼ਨ ਲਿਆ, ਉਹਨਾਂ ਨੇ ਬਹੁਤ ਹੀ ਵਧੀਆ ਸੈਸ਼ਨ ਲਿਆ, ਜਿਨ੍ਹਾਂ ਦਾ ਟੌਪਿਕ ਸੀ ਕਿ ਗਿਆਨ ਦਾ ਦੀਵਾ। ਜਿਵੇਂ ਦੀਦੀ ਜੀ ਨੇ ਟੌਪਿਕ ਲਿਆ ਸੀ ਗਿਆਨ ਦਾ ਦੀਵਾ, ਉਸ ਤੇ ਉਹਨਾਂ ਨੇ ਕਿਹਾ ਵੀ ਗੁਰਬਾਣੀ ਦੇ ਅਨੁਸਾਰ ਚੱਲ ਕੇ ਅਸੀਂ ਸਾਡਾ ਜੀਵਨ ਵਧੀਆ ਬਣ ਜਾਂਦਾ ਹੈ। ਜਿਹੜੀ ਸਾਡੀ ਜ਼ਿੰਦਗੀ ਵਿੱਚੋਂ ਆ ਉਹ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ ਅਤੇ ਗਿਆਨ ਵਿੱਚ ਪ੍ਰਵੇਸ਼ ਹੋ ਜਾਂਦਾ ਵਾ। ਜਿਵੇਂ ਸੁਖਮਨੀ ਸਾਹਿਬ ਜੀ ਗੁਰੂ ਸਾਹਿਬ ਫਰਮਾਉਂਦੇ ਨੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਵੀ ਜਿਸ ਵਕਤ ਗੁਰੂ ਸਾਹਿਬ ਕਿਰਪਾ ਕਰਦੇ ਹਨ, ਉਹ ਜਿਹੜਾ ਅਗਿਆਨ ਦਾ ਹਨੇਰਾ ਵਾ, ਕੂੜ ਦੀ ਕੰਧ ਆ, ਉਹ ਸਾਡੇ ਵਿੱਚੋਂ ਟੁੱਟ ਜਾਂਦੀ ਹੈ। ਅਸੀਂ ਗਿਆਨ ਵਿੱਚ ਪ੍ਰਵੇਸ਼ ਕਰ ਲੈਂਦੇ ਹਾਂ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਤੇ ਉਹ ਹਰੀ ਪਰਮਾਤਮਾ, ਪਰਿਪੂਰਨ ਪਰਮਾਤਮਾ ਆਪਣੀ ਕਿਰਪਾ ਦੇ ਨਾਲ ਸੰਤ ਭੇਟਦਾ, ਜਿਸ ਦੇ ਨਾਲ ਸ਼ਬਦ ਤੇ ਸੁਰਤ ਦਾ ਮੇਲ ਹੋ ਜਾਂਦਾ ਅਤੇ ਜਿਸ ਦੇ ਨਾਲ ਸਾਡੇ ਵਿੱਚ ਪ੍ਰਕਾਸ਼ ਹੋ ਜਾਂਦਾ ਵਾ। ਜਿਵੇਂ ਇੱਕ ਦੀਦੀ ਨੇ ਹੋਰ ਗੱਲ ਦੱਸੀ ਕਿ ਗਿਆਨ ਦਾ ਦੀਵਾ ਸਾਡੇ ਅੰਦਰ ਜਿਹੜਾ ਬਲ ਸਕਦਾ ਵਾ, ਇਹ ਗੱਲ ਯਾਦ ਰਹੇ ਕਿ ਸਾਡੇ ਜਿਹੜਾ ਅੰਦਰ ਗਿਆਨ ਦਾ ਦੀਵਾ ਬਲਦਾ ਵਾ, ਉਹ ਕਿਸ ਤਰ੍ਹਾਂ ਬਲ ਸਕਦਾ, ਸਾਡੇ ਗਿਆਨ ਕਿਵੇਂ ਉਪਜ ਸਕਦਾ। ਸਾਡੇ ਅੰਦਰ ਗਿਆਨ ਇਸ ਤਰ੍ਹਾਂ ਉਪਜੇਗਾ, ਅਸੀਂ ਆਪਣੇ ਮਨ ਵਿੱਚ ਇਹ ਤਾਂਘ ਰੱਖੀਏ, ਆਪਣੇ ਆਪ ਇਹ ਚੇਤਾ ਰੱਖੀਏ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੈ, ਸੋ ਤਦਾ ਰਾਸੋ ਪ੍ਰੀਤ ਲਗਾਈ, ਉੱਤਮ ਪੰਥ ਸੁਗੁਰ ਸੰਗਤ, ਤਹ ਮਲੰਤ ਜਮ ਤਰਾਸ ਮਿਟਾਈ, ਇਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਖ ਸਰਣਾਈ। ਜੇਕਰ ਅਸੀਂ ਆਪਣੇ ਅਵਗੁਣ ਵੇਖਾਂਗੇ ਅਤੇ ਜੇ ਪ੍ਰਿਥੀ ਚੰਦ ਰੂਪੀ ਹੰਕਾਰੇ ਨਾ ਜਾਵਾਂਗੇ ਵੀ ਅਸੀਂ ਤੇ ਵੱਡੇ ਆ, ਸਾਨੂੰ ਆਉਂਦਾ ਹੈ, ਅਸੀਂ ਗੁਰੂ ਦੇ ਗਿਆਨ ਵੱਲ ਧਿਆਨ ਦੇਵਾਂਗੇ। ਅਸੀਂ ਆਪਣੇ ਅਵਗੁਣਾਂ ਵੱਲ ਇਹ ਕਹਾਂਗੇ ਵੀ ਸਾਡੇ ਵਿੱਚ ਅਵਗੁਣ ਹੈਗੇ, ਅਸੀਂ ਹੰਕਾਰ ਵਿੱਚ ਨਾ ਆਈਏ, ਵੀ ਇਹ ਨਾ ਕਹੀਏ ਵੀ ਜੋ ਮੈਂ ਹੀ ਮੈਂ, ਵੀ ਸਾਡੇ ਵਿੱਚ ਸਭ ਗੁਣ ਹੈਗੇ ਨੇ। ਗੁਰੂ ਦੀ ਗੱਲ ਨੂੰ ਮੰਨੀਏ, ਆਪਾਂ ਅਵਗੁਣ ਪਛਾਣ ਕੇ ਉਸ ਪਰਮਾਤਮਾ ਨਾਲ ਪਿਆਰ ਪਾਈਏ ਤੇ ਅਰਦਾਸ ਕਰੀਏ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਖ ਨਹੀਂ। ਇਹ ਗੁਰੂ ਰਾਮਦਾਸ, ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਕਿ ਸਾਡੇ ਅੰਦਰ ਗਿਆਨ ਦਾ ਦੀਵਾ ਜੋ ਬਲ ਸਕੇ। ਇੱਕ ਦੀਦੀ ਨੇ ਗੱਲ ਕੀਤੀ ਕਿ ਜਿਹੜਾ ਸਾਡੇ ਅੰਦਰ ਗਿਆਨ ਦਾ ਦੀਵਾ ਵਾ, ਉਹ ਅਗਿਆਨਤਾ ਬਾਹਰ ਆਉਣ ਲੱਗ ਜਿਸ ਤੋਂ ਜਦੋਂ ਬਲ ਜਾਂਦਾ ਤੇ ਅਗਿਆਨਤਾ ਬਾਹਰ ਆਉਣ ਲੱਗ ਪੈਂਦੀ ਹੈ। ਅਤੇ ਉੱਥੇ ਕਬੀਰ ਸਾਹਿਬ ਕਹਿੰਦੇ ਨੇ, ਕਬੀਰਾ ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ, ਜਹਾਂ ਲੋਭ ਤਹ ਕਾਲ ਹੈ, ਜਹ ਖਿਮਤ ਆ। ਕਬੀਰ ਸਾਹਿਬ ਕਹਿੰਦੇ ਨੇ, ਜਦੋਂ ਸਾਡੇ ਅੰਦਰ ਗਿਆਨ ਦਾ ਦੀਵਾ ਬਲ ਜਾਂਦਾ ਹੈ, ਜਿਸ ਵਕਤ ਸਾਡੇ ਅੰਦਰ ਗਿਆਨ ਹੁੰਦਾ ਹੈ, ਜਹਾਂ ਗਿਆਨ ਤਹ ਧਰਮ ਹੈ, ਜਦੋਂ ਸਾਡੇ ਅੰਦਰ ਗਿਆਨ ਆ ਜਾਂਦਾ ਹੈ, ਉਸ ਧਰਮ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ, ਕਿ ਸੱਚ ਦੇ ਵਿੱਚ ਕਹਿੰਦੇ, ਜਹਾਂ ਝੂਠ ਤਹ ਪਾਪ, ਜਿੱਥੇ ਝੂਠ ਦਾ ਵਾਸਾ ਹੁੰਦਾ ਹੈ, ਉੱਥੇ ਸਾਡੇ ਤੋਂ ਕਈ ਤਰ੍ਹਾਂ ਦੇ ਕਰਮ, ਕਈ ਤਰ੍ਹਾਂ ਦੇ ਪਾਪ ਹੋ ਜਾਂਦੇ ਨੇ। ਇੱਕ ਝੂਠ ਦੇ ਨਾਲ ਸਾਨੂੰ ਨਾਲ 100 ਝੂਠ ਹੋਰ ਬੋਲਣਾ ਪੈਂਦਾ ਵਾ। ਕਹਿੰਦੇ ਨੇ, ਜਹਾਂ ਲੋਭ ਤਹ ਕਾਲ ਹੈ, ਜਹਾਂ ਲਾਲਚ ਆ ਉੱਥੇ ਕਾਲ ਹੈ। ਤੇ ਜਿੱਥੇ ਗੁਰੂ ਸਾਹਿਬ ਤੋਂ ਆਪਾਂ ਖਿਮਾ ਦੀ ਗੱਲ ਕਰਦੇ, ਉੱਥੇ ਗੁਰੂ ਸਾਹਿਬ ਆਪ ਸਾਨੂੰ ਆਪ ਖਿਮਾ ਕਰ ਦਿੰਦੇ ਨੇ। ਜਿਵੇਂ ਆਪਾਂ ਫਰਮਾਨ ਹੁੰਦਾ ਵਾ, ਚਰਨ ਸ਼ਰਨ ਗੁਰ ਇੱਕ ਪਿੰਡ ਜਾਏ, ਚੱਲ ਸਤਿਗੁਰ ਕੋਟ ਪਿੰਡ ਅੱਗੇ ਲੇਤ ਹੈ। ਆਪਾਂ ਗੁਰੂ ਵੱਲ ਫਿਰ ਇੱਕ ਕਦਮ ਹੀ ਚੱਲਦੇ ਤੇ ਗੁਰੂ ਸਾਹਿਬ ਸਾਨੂੰ ਕਰੋੜਾਂ ਕਦਮ ਅੱਗੇ ਹੋ ਕੇ ਸਾਨੂੰ ਆਪਣੇ ਆਪ ਹੀ ਲੈ ਲੈਂਦੇ ਨੇ। ਗੁਰੂ ਸਾਹਿਬ ਜਿਵੇਂ ਗੁਰਬਾਣੀ ਵਿੱਚ ਕਹਿੰਦੇ ਨੇ ਵੀ ਅਸੀਂ ਦੀਦੀ ਨੇ ਦੱਸਿਆ ਸੀ, ਅਗਿਆਨਤਾ ਦੀਆਂ ਠੋਕਰਾਂ ਵੱਜ ਕੇ ਸਾਡੇ ਅੰਦਰ ਗਿਆਨ ਦਾ ਦੀਵਾ ਬਲਦਾ ਵਾ। ਤੇ ਇੱਥੋਂ ਮੈਂ ਇਹ ਕਹਿਣਾ ਚਾਹਾਂਗਾ ਵੀ ਗੁਰੂ ਤੋਂ ਬਿਨਾਂ ਸਾਡੇ ਅੰਦਰ ਕੋਈ ਚਾਨਣ ਨਹੀਂ ਹੋ ਸਕਦਾ, ਗਿਆਨ ਦਾ ਦੀਵਾ ਨਹੀਂ ਬਲ। ਜੇਕਰ ਅਸੀਂ ਗੁਰੂ ਦੀ ਗੱਲ ਨੂੰ ਮੰਨਾਂਗੇ, ਸਾਡੇ ਅੰਦਰ ਅਗਿਆਨ ਦਾ ਦੀਵਾ ਬਲ ਜਾਂਦਾ। ਜਿਵੇਂ ਗੁਰੂ ਸਾਹਿਬ ਫਰਮਾਉਂਦੇ ਨੇ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰੂ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਤੇ ਗੁਰੂ ਬਿਨਾਂ ਘੋਰ ਅੰਧਾਰਾ, ਬਿਲਕੁਲ ਅਗਿਆਨਤਾ ਦੇ ਵਿੱਚ ਫਸੇ, ਬਿਲਕੁਲ ਐ ਹਨੇਰਾ ਵਾ। ਜੇਕਰ ਅਸੀਂ ਗੁਰੂ ਦੀ ਗੱਲ ਮੰਨਾਂਗੇ ਤਾਂ ਸਾਡੇ ਅੰਦਰ ਗਿਆਨ ਦੀ ਉਪਜ ਹੋਵੇਗੀ। ਇੱਕ ਦੀ ਦਿਨ ਗੱਲ ਸੀ ਕਿ ਸਾਨੂੰ ਡੇਲੀ ਨਿਤਨੇਮ ਕਰਨਾ ਚਾਹੀਦਾ ਵਾ, ਅਤੇ ਡੇਲੀ ਨਿਤਨੇਮ ਕਰਨ ਦੇ ਨਾਲ ਸਾਨੂੰ ਗੁਰਬਾਣੀ ਦਾ ਚਾਨਣ, ਗੁਰਬਾਣੀ ਦੇ ਅਰਥਾਂ ਬਾਰੇ, ਗੁਰਬਾਣੀ ਬਾਰੇ ਸਮਝ ਆਊਗੀ। ਇਹ ਗੁਰੂ ਸਾਹਿਬ ਨੇ ਵੀ ਗੁਰਬਾਣੀ ਵਿੱਚ ਵੀ ਇਹ ਸਭ ਤੋਂ ਪਹਿਲਾਂ ਹੁਕਮ ਕੀਤਾ ਕਿ ਗੁਰ ਸਤਿਗੁਰ ਕਾ ਜੋ ਸਿੱਖ ਆਖਾ, ਸੋ ਭਲਕੇ ਉਠਾਰ ਨਾਮ ਧਿਆਵੇ, ਉਦਮ ਕਰੇ ਭਲਕੇ, ਪ੍ਰਭਾਤੇ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇਂ। ਜਿਵੇਂ ਕੱਲ ਵੀਰ ਹਰਮਿੰਦਰ ਸਿੰਘ ਜੀ ਨੇ ਵੀ ਕਿਹਾ ਸੀ ਕਿ ਅਸੀਂ ਨਿਤਨੇਮ ਕਰਨ ਤੋਂ ਪਹਿਲਾਂ ਸਾਨੂੰ ਸਿਮਰਨ ਕਰਨਾ ਚਾਹੀਦਾ ਹੈ, ਤਾਂ ਕਿ ਸਾਡਾ ਸ਼ਬਦ ਤੇ ਸੁਰਤ ਦਾ ਮੇਲ ਹੋ ਸਕੇ। ਸਾਨੂੰ ਸਿਮਰਨ ਕਰਨ ਤੋਂ ਬਾਅਦ ਨਿਤਨੇਮ ਕਰਨਾ ਚਾਹੀਦਾ ਹੈ। ਤੇ ਅਸੀਂ ਜੇਕਰ ਨਿਤਨੇਮੀ ਹੋਵਾਂਗੇ, ਜੇਕਰ ਅਸੀਂ ਪ੍ਰਮਾਤਮਾ ਨਾਲ ਜੁੜੇ ਹੋਵਾਂਗੇ, ਸਿਮਰਨ ਵਾਲੇ ਹੋਵਾਂਗੇ, ਤਾਂ ਸਾਡੇ ਅੰਦਰ ਗਿਆਨ ਦਾ ਦੀਵਾ ਬਲ ਸਕਦਾ ਵਾ ਤੇ ਅਸੀਂ ਇਹ ਅਗਿਆਨਤਾ ਤੋਂ ਬਚ ਸਕਦੇ ਹਾਂ।
ਤੇ ਇੱਕ ਦੀਦੀ ਨੇ ਵਹਿਮਾਂ ਭਰਮਾਂ ਬਾਰੇ ਗੱਲ ਕੀਤੀ ਕਿ ਜੇ ਸਾਡੇ ਅੰਦਰ ਵਹਿਮ ਭਰਮ ਨੇ ਸਾਨੂੰ ਉਹਨਾਂ ਨੂੰ ਤੋੜਨਾ ਚਾਹੀਦਾ ਵਾ, ਵਹਿਮ ਭਰਮ ਨਹੀਂ ਕਰਨੇ ਚਾਹੀਦੇ। ਝੂਠ, ਨਿੰਦਾ, ਲੋਭ, ਪਾਪ, ਹੰਕਾਰ, ਇਹਨਾਂ ਗੱਲਾਂ ਬਚ ਕੇ ਰਹਿਣਾ ਚਾਹੀਦਾ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਭਰਮ ਕਾ ਸੰਗਾ ਤੋੜ ਨਡਾਲਾ, ਹਰ ਅੰਤਰ ਹਰ ਰਸ ਪਾਇਆ। ਅਤੇ ਭਰਮ ਦਾ ਸੰਗਾ ਤੋੜ ਕੇ ਸਾਨੂੰ ਗੁਰੂ ਦੇ ਹਰ ਅੰਤਰ, ਗੁਰੂ ਨੂੰ ਆਪਣੇ ਅੰਦਰ ਵਸਾਉਣਾ ਚਾਹੀਦਾ ਤੇ ਉਹਦਾ ਹਰੀ ਦੇ ਰਸ ਨੂੰ ਮੰਨਣਾ ਚਾਹੀਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਉਹ ਡੇਲੀ ਸਾਨੂੰ ਕੈਂਪ ਦੇ ਲਾਸਟ ਦੇ ਵਿੱਚ ਕੁਛ ਨਾ ਕੁਛ ਦੱਸ ਕੇ ਗੁਰਬਾਣੀ ਦੇ ਵਿਚਾਰ ਰਾਹੀਂ ਸਾਨੂੰ ਸੋਝੀ ਦਿੰਦੇ ਹਨ। ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਏਦਾਂ ਕਹਿਣਾ ਚਾਹਾਂਗੀ ਕਿ ਸਤਿਗੁਰੂ ਛੋੜ ਦੂਜੈ ਲੱਗੇ, ਕਿਆ ਕਰਨ ਅੱਗੇ ਜਾਏ। ਜਦੋਂ ਅਸੀਂ ਗੁਰੂ ਸਾਹਿਬ ਨੂੰ ਛੱਡ ਦਿੰਦੇ ਹਾਂ ਨਾ, ਵੀ ਅਸੀਂ ਕਹਿੰਦੇ ਹਾਂ ਮੈਂ ਤਾਂ ਕਰ ਲੈਂਦੀ ਹਾਂ, ਗੁਰੂ ਸਾਹਿਬ ਨੂੰ ਛੱਡ ਦਿੰਦੇ ਹਾਂ ਤੇ ਸਾਨੂੰ ਨਹੀਂ ਪਤਾ ਅਸੀਂ ਅੱਗੇ ਕੀ ਕਰਨਾ। ਤੇ ਫਿਰ ਜਿਵੇਂ ਦੀਦੀ ਨੇ ਕਿਹਾ ਹੈ ਕਿ ਅਸੀਂ ਅਗਿਆਨਤਾ ਦੇ ਹਨੇਰੇ ਵੱਲ ਨਾ ਜਾ ਵੜਨੇ, ਵੱਧ ਜਾਂਦੇ ਹਾਂ। ਤੇ ਜੇ ਅਸੀਂ ਮਤਲਬ ਗੁਰੂ ਨੂੰ ਛੱਡ ਦਈਏ ਤਾਂ ਅਸੀਂ ਨਾ ਕਦੇ ਲਾਈਫ ਦੇ ਵਿੱਚ ਸਫਲਾ ਨਹੀਂ ਹੋ ਸਕਾਂਗੇ। ਤੇ ਅਸੀਂ ਏਦਾਂ ਦੀ ਅਵਸਥਾ ਬਣਾਉਣੀ ਹੈ ਕਿ ਤੁਧ ਬਿਨ ਦੂਜਾ ਕੋਈ ਨਾ ਹੈ, ਹੇ ਗੁਰੂ ਤੇਰੇ ਬਿਨਾਂ ਤਾਂ ਕੁਝ ਵੀ ਨਹੀਂ ਇੱਥੇ, ਤੂੰ ਹੀ ਤੂੰ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਮੈਂ ਦੀਦੀ ਜੀ ਦਾ ਬਹੁਤ-ਬਹੁਤ ਧੰਨਵਾਦ। ਇਹਨਾਂ ਨੇ ਗਿਆਨ ਦਾ ਦੀਵਾ ਟੌਪਿਕ ਤੇ ਸਾਨੂੰ ਬਹੁਤ ਵਧੀਆ ਸਮਝਾਇਆ, ਸਾਨੂੰ ਦੱਸਿਆ, ਆਪਣੇ ਵਿਊ ਸ਼ੇਅਰ ਕੀਤੇ। ਤੇ ਜਿਸ ਤਰ੍ਹਾਂ ਦੀਦੀ ਜੀ ਨੇ ਦੱਸਿਆ ਕਿ ਸੁਣਨ ਅਤੇ ਮੰਨਣ ਵਿੱਚ ਬਹੁਤ ਅੰਤਰ ਹੈ। ਜਪਜੀ ਸਾਹਿਬ ਜੀ ਵਿੱਚ ਵੀ ਫਰਮਾਨ ਹੈ, ਸੁਣਿਆ ਮੰਨਿਆ ਮਨ ਕੀਤਾ ਭਾਓ। ਵੀ ਜਿਸ ਤਰ੍ਹਾਂ ਅਸੀਂ ਗੁਰੂ ਸਾਹਿਬ ਜੀ ਦੀਆਂ ਗੱਲਾਂ ਸੁਣ ਤਾਂ ਲੈਂਦੇ ਹਾਂ, ਪਰ ਕਈ ਵਾਰ ਅਸੀਂ ਮੰਨਦੇ ਨਹੀਂ। ਅਸੀਂ ਗੁਰੂ ਸਾਹਿਬ ਜੀ ਦੀਆਂ ਗੱਲਾਂ ਨੂੰ ਸੁਣਨਾ ਵੀ ਹੈ ਅਤੇ ਮੰਨਣਾ ਵੀ ਹੈ। ਜੇਕਰ ਅਸੀਂ ਗੁਰੂ ਸਾਹਿਬ ਜੀ ਦੀਆਂ ਗੱਲਾਂ ਸੁਣਾਂਗੇ ਵੀ ਅਤੇ ਮੰਨਾਂਗੇ ਵੀ, ਤਾਂ ਹੀ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਸਕਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਵਿੱਚੋਂ ਅੱਧਾ ਕੱਢ ਦਿੱਤਾ ਸੀ। ਮੈਂ ਕੁਝ ਦੱਸਣਾ ਵੀ ਚਾਹੁੰਦੀ ਹਾਂ ਕਿ ਹਨਾ ਸਾਨੂੰ ਪਰਮਾਤਮਾ ਨੇ ਇਸੇ ਕਰਕੇ ਜਨਮ ਦਿੱਤਾ ਹੈ ਕਿ ਅਸੀਂ ਗੁਰੂ ਦਾ ਨਾਮ ਜਪੀਏ, ਕੀਰਤਨ ਕਰੀਏ। ਸੋ ਸਾਨੂੰ ਸਾਰਿਆਂ ਨੂੰ ਹੀ ਨਿਤਨੇਮ ਕਰਨਾ ਚਾਹੀਦਾ ਹੈ, ਕਿਉਂਕਿ ਜੇ ਅਸੀਂ ਨਿਤਨੇਮ ਕਰਾਂਗੇ ਤਾਂ ਸਾਨੂੰ ਗਾਹਾਂ ਵੀ ਜਗ੍ਹਾ ਮਿਲੇਗੀ, ਨਹੀਂ ਸਾਨੂੰ ਗਾਹਾਂ ਨਹੀਂ ਜਗ੍ਹਾ ਮਿਲੇਗੀ ਜੇ ਅਸੀਂ ਜਪਜੂਤਾਂ ਦੇ ਵਸ ਪੈ ਜਾਵਾਂਗੇ। ਸੋ ਸਾਨੂੰ ਸਾਰਿਆਂ ਨੂੰ ਨਿਤਨੇਮ ਕਰਨਾ ਚਾਹੀਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਜੀ। ਪੰਜਾਬੀ ਦੇ ਬਹੁਤ इस समय जुड़ांगे जी। तो समय से सारे ने ज्वाइन करना जी। आप सब अपनी अटेंडेंस लगा के लीव कर सकते हो जी। वाहिगुरू जी का खालसा, वाहिगुरू जी। विद्या विचारी तां पर उपकारी।